ਅੱਜ ਆਪਾਂ ਸੁਖਮਨੀ ਸਾਹਿਬ ਇਹ ਗੌੜੀ ਰਾਗ ਦੇ ਵਿੱਚ ਪੰਜ ਪਾਤਸ਼ਾਹ ਦੀ ਜਿਹੜੀ ਬਾਣੀ ਹੈਗੀ ਆ ਉਹਦੀ 7ਵੀਂ ਜਿਹੜੀ ਹੈਗੀ ਅਸ਼ਟਪਦੀ ਜਿਹੜੀ ਹੈਗੀ ਉਹ ਲੈਣੀ ਆਪਾਂ ਨੇ। ਮਹਾਰਾਜ ਮਿਹਰ ਕਰਨ ਜੀ। ਇਹ ਬ੍ਰਹਮ ਗਿਆਨ ਜਿਹੜਾ ਹੈਗਾ ਇਹਦੀ ਉਚਾਈ ਦੇਣ ਆਪਾਂ ਨੂੰ, ਔਰ ਇਹਨੂੰ ਜਿਹੜਾ ਹੈਗਾ ਆਪਾਂ ਵਿਚਾਰ ਕੇ ਔਰ ਇਹਨੂੰ ਫਿਰ ਇਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਜੀਵਨ ਨੂੰ ਜਿਹੜਾ ਹੈਗਾ ਆਪਣੇ ਜੀਵਨ ਦੀ ਜਿਹੜੀ ਆਪਾਂ ਇਹ ਗੱਡੀ ਹੈਗੀ ਉਹਨੂੰ ਚਲਾਈਏ। ਬਸ ਇਹੀ ਉਪਰਾਲਾ ਹੈ ਜੀ, ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ। ਅਸੀਂ ਤਾਂ ਆਪ ਹੀ ਜਿਹੜੇ ਹੈਗੇ ਆ ਇਸ 'ਚੋਂ ਸੇਧ ਲੈ ਰਹੇ ਹਾਂ, ਕੋਈ ਦਾਵਾ ਨਹੀਂ ਹੈਗਾ। ਸ਼ਲੋਕ ਅੰਗ 271 271 श्लोक अगम अगाध पार ब्रह्म सोए जो जो कहे सो मुक्ता होए। ये अगम और अगाध ਜਿਹੜੇ ਹੈਗੇ ਨਾ ਇਹ ਵਰਡਸ ਜਿਹੜੇ ਹੈਗੇ ਅਗੋਚਰ, ਇਸ ਤਰ੍ਹਾਂ ਇਹ ਵਰਡਸ ਬਾਰ-ਬਾਰ ਬਾਣੀ ਦੇ ਵਿੱਚ ਆਉਂਦੇ ਆ, ਕਿੰਨੀ ਵਾਰੀ ਰਿਪੀਟ ਹੁੰਦੇ ਆ। ਅਗਮ ਜਿਹੜਾ ਹੈਗਾ, ਗਮ ਮਤਲਬ ਗਮਤਾ, ਗਮ ਮਤਲਬ ਗਮਨ ਪਹੁੰਚ, ਅਗਮ ਮਤਲਬ ਜਿੱਥੇ ਨਾ ਆਪਣੀ ਪਹੁੰਚ ਹੋ ਸਕੇ, ਜਿਸ ਤੱਕ ਆਪਣੀ ਪਹੁੰਚ ਨਾ ਹੋ ਸਕੇ। ਅਗਾਧ, ਅਗਾਧ ਦਾ ਮਤਲਬ ਆ ਕਿ ਜਿਹੜਾ ਬੁੱਧੀ ਤੋਂ ਸੋਚ ਤੋਂ ਪਰੇ ਹੈਗਾ, ਅਗਾਧ। ਪਾਰ ਬ੍ਰਹਮ, ਆ ਸਾਰਾ ਬ੍ਰਹਮ ਹੈ, ਮਾਲਕ ਪਰਮਾਤਮਾ ਦੇ ਵਿੱਚੋਂ ਹੀ ਮਾਲਕ ਨੇ ਰਚਨਾ ਕੀਤੀ ਆ ਜੋ ਕੁਛ ਵੀ ਇਹ ਮਾਲਕ ਪਰਮਾਤਮਾ ਨੇ ਸਾਰੀ ਦੀ ਸਾਰੀ ਜਿਹੜੀ ਖੇਡ ਕੀਤੀ ਆ, ਇਹ ਸਾਜਨਾ ਕੀਤੀ ਹੈ ਸ੍ਰਿਸ਼ਟੀ ਦੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪਣੇ ਆਪ ਨੂੰ ਸਾਜਿਆ ਮਾਲਕ ਪਰਮਾਤਮਾ ਨੇ। ਔਰ ਨਾਮ ਦੀ ਉਹਨੇ ਰਚਨਾ ਕੀਤੀ ਹੈ। ਨਾਮ ਜਿਹੜਾ ਹੈਗਾ ਉਹਨੇ ਇੱਕ ਗੁਪਤ ਚੀਜ਼ ਹੈ, ਪਦਾਰਥ ਹੈਗਾ, ਜਿਹਦੇ ਬਗੈਰ ਜਿਹੜਾ ਹੈਗਾ ਇਹ ਜੇ ਖੇਡ ਮੁੱਕਦੀ ਨਹੀਂ ਆ। ਇਹ ਸ੍ਰਿਸ਼ਟੀ ਜਿਹੜੀ ਹੈਗੀ ਆ ਇਹਦੇ ਵਿੱਚੋਂ ਆਪਾਂ ਬਾਹਰ ਨਹੀਂ ਆ ਸਕਦੇ ਨਾਮ ਤੋਂ ਬਗੈਰ। ਉਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, 9 ਨਿਧੀਆਂ 18 ਸਿੱਧੀਆਂ, ਇੰਨਾ ਕੀਮਤੀ ਹੈਗਾ ਉਹ ਨਾਮ। ਸਾਰੀ ਦੁਨੀਆ ਦਾ ਧਨ ਜਿਹੜਾ ਹੈਗਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਨਾਮ ਜਿਹੜਾ ਹੈਗਾ, ਉਸ ਨਾਮ ਦੇ ਉਹਦੀ ਪ੍ਰਾਪਤੀ ਹੈ। ਉਹੀ ਖੇਡ ਮਾਲਕ ਨੇ, ਆਹੀ ਖੇਡ ਮਾਲਕ ਨੇ ਕੀਤੀ ਹੈ। ਇਹਦੇ ਵਾਸਤੇ ਉਹਨੇ ਮਾਲਕ ਨੇ ਆ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਇਹ ਸਾਜਨਾ ਕੀਤੀ ਹੈ, ਔਰ ਨਾਮ ਦੀ ਰਚਨਾ ਕੀਤੀ ਹੈ। ਨਾਮ ਨੂੰ ਗੁਪਤ ਰੱਖਿਆ ਹੋਇਆ ਦੇਹੀ ਦੇ ਵਿੱਚ, ਔਰ ਮਨੁੱਖੀ ਸਰੀਰ ਹੈਗਾ ਇਹੀ, ਇਹਦੇ ਵਿੱਚ ਹੀ ਆਪਾਂ ਉਸ ਨਾਮ ਨੂੰ ਪ੍ਰਗਟ ਕਰ ਸਕਦੇ। ਅਗਮ ਅਗਾਧ ਪਾਰ ਬ੍ਰਹਮ ਸੋਏ, ਉਹ ਮਾਲਕ ਪਰਮਾਤਮਾ ਇਸ ਖੇਡ ਦਾ ਰਚੇਤਾ, ਉਹ ਅਗਮ ਹੈਗਾ। ਉਹਦੇ ਤੱਕ ਜਿਹੜਾ ਹੈਗਾ ਗਮਤਾ ਐਜ਼ ਸੱਚ ਆਪਣੇ ਕੋਲ ਜੋ ਗਿਆਨ ਇੰਦਰੀਆਂ ਹੈਗੀਆਂ, ਕਰਮ ਇੰਦਰੀਆਂ ਹੈਗੀਆਂ, ਬੁੱਧੀ ਹੈਗੀ ਆ, ਇਹਦੇ ਦੁਆਰਾ ਜਿਹੜੀ ਹੈਗੀ ਆ ਨਹੀਂ ਪਹੁੰਚ ਹੋ ਸਕਦੀ। ਬੁੱਧੀ ਤੋਂ ਪਰੇ ਹੈ, ਸੋਚ ਤੋਂ ਪਰੇ ਹੈਗਾ ਉਹ ਮਾਲਕ ਪਰਮਾਤਮਾ। ਅਗਮ ਅਗਾਧ ਪਾਰ ਬ੍ਰਹਮ ਸੋਏ, ਉਹੀ ਸਾਰਾ ਕੁਛ ਉਹੀ ਹੈਗਾ। ਜੋ ਜੋ ਕਹੈ ਸੋ ਮੁਕਤਾ ਹੋਏ। ਹੁਣ ਜੋ ਜੋ ਕਹੈ ਸੋ ਮੁਕਤਾ ਹੋਏ, ਜੋ ਜੋ ਕਹੇਗਾ ਤੇ ਮੁਕਤਾ ਹੋ ਜਾਏਗਾ। ਇੱਥੇ ਬਹੁਤ ਜਿਹੜਾ ਹੈਗਾ ਭੇਤ ਹੈਗਾ ਭਾਈ। ਜੋ ਜੋ ਕਹੈ ਦਾ ਮਤਲਬ ਹੈਗਾ ਕਿ ਜਿਹਦੇ ਅੰਦਰੋਂ ਵੀ ਪੁਕਾਰ ਉੱਠੇਗੀ। ਜੋ ਜੋ ਕਹੂਗਾ, ਮਾਲਕ ਨੇ ਖੇਡ ਪਾਈ ਹੋਈ ਹੈ, ਮਾਲਕ ਨੇ ਮਾਇਆ ਦਾ ਜਾਲਾ ਪਾਇਆ ਹੋਇਆ ਪੂਰਾ ਦਾ ਪੂਰਾ, ਚਮਕਦੀ ਬਿਲਕੁਲ, ਬਹੁਤ ਹੀ ਖਿੱਚ ਵਾਲੀ, ਬਹੁਤ ਜ਼ਿਆਦਾ ਉਹਦੇ ਅੰਦਰ ਚੁੰਬਕ ਵਾਂਗੂ ਖਿੱਚਣ ਦੀ ਸ਼ਕਤੀ ਹੈਗੀ। ਕਹਿੰਦੇ ਉਸ ਸ਼ਕਤੀ ਤੋਂ ਜਿਹੜਾ ਕਹੂਗਾ ਵੀ ਮੈਂ ਜਿਹੜਾ ਹੈਗਾ ਮੈਨੂੰ ਤੂੰ ਚਾਹੀਦਾ ਆ,
ਮੈਨੂੰ ਤੂੰ ਚਾਹੀਦਾ ਹੈ, ਮੈਨੂੰ ਆਹ ਖਿਡੌਣਿਆਂ ਦੇ ਨਾਲ ਮੇਰਾ ਨਹੀਂ ਮਨ ਮੰਨਦਾ। ਕੋਈ ਬੱਚਾ ਐਸਾ ਹੁੰਦਾ ਜਿਹਦਾ ਕਹਿੰਦਾ ਮਾਂ ਮੈਨੂੰ ਤੂੰ ਚਾਹੀਦਾ, ਚੁੱਕ ਮੈਨੂੰ ਗੋਦੀ, ਬਾਪੂ ਮੈਨੂੰ ਚੁੱਕ, ਮੈਨੂੰ ਨਹੀਂ ਖਿਡੌਣੇ ਚਾਹੀਦੇ। ਜੋ ਜੋ ਕਹੈ ਸੋ ਮੁਕਤਾ ਹੋਏ। ਆਹ ਕਹਿਣਾ ਹੈ ਭਾਈ, ਆਹ ਅੰਦਰੋਂ ਇੱਛਾ ਹੋਣੀ ਚਾਹੀਦੀ ਆ ਮੁਕਤ ਹੋਣ ਦੀ, ਉਹੀ ਮੁਕਤ ਹੋ ਸਕਦਾ ਹੈ। ਜੋ ਜੋ ਕਹੈ ਸੋ ਮੁਕਤਾ ਹੋਏ। ਆਪਣੇ ਅੰਦਰੋਂ ਡਿਮਾਂਡ ਨਹੀਂ, ਮਾਲਕ ਜਾਣਦਾ ਹੈ ਡਿਮਾਂਡ ਕਿਹੀ ਜਿਹੀ ਹੈ। ਮੂੰਹ ਦੇ ਉੱਤੇ ਹੈਗਾ ਤੇਰੇ ਖਾਲੀ ਗੱਲਾਂ ਬਾਤਾਂ ਹੀ ਕਰ ਰਿਹਾ ਆ, ਖਚਰ ਵਿੱਦਿਆ ਹੈ ਖਾਲੀ, ਤੇਰੇ ਅੰਦਰ ਤਾਂ ਕੁਛ ਹੋ ਰਿਹਾ। ਮਾਇਆ ਨੂੰ ਤੂੰ ਛੱਡਣਾ ਨਹੀਂ ਚਾਹੁੰਦਾ। ਬਸ ਇੱਥੇ ਹੀ ਭੇਤ ਹੈਗਾ ਭਾਈ। ਸੁਨ ਮੀਤਾ ਨਾਨਕ ਬਿਨਵੰਤਾ। ਨਾਨਕ ਦੇ ਕੱਕੇ ਨੂੰ ਪੰਜਵੀਂ ਪਾਤਸ਼ਾਹੀ ਔਂਕੜ ਲਗਾਈ ਹੈ। ਸੁਣੇ ਮੀਤਾ, ਮੇਰੇ ਮਿੱਤਰਾ ਸੁਣ ਲਾ, ਹੇ ਮੇਰੇ ਮਨਾ ਸੁਣ ਲਾ। ਸਭ ਤੋਂ ਮਨ ਹੀ ਆਪਣਾ ਹੈਗਾ ਮਿੱਤਰ। ਸੁਣ ਮੀਤਾ, ਆਪਾਂ ਨੇ ਦੂਸਰੇ ਨੂੰ ਸੁਣਾ ਕੇ ਕੀ ਕਰਨਾ ਹੈ ਭਾਈ। ਸੁਣ ਮੀਤਾ ਨਾਨਕ ਬਿਨਵੰਤਾ। ਬੇਨਤੀ ਕਰ ਰਹੇ ਮਹਾਰਾਜ ਕਹਿੰਦੇ, ਨਾਨਕ ਬਿਨਵੰਤਾ ਬੇਨਤੀ ਕਰ ਰਹੇ, ਮੇਰੀ ਬੇਨਤੀ ਸੁਣ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਾਧ ਜਨਾਂ ਦੀ ਅਚਰਜ ਕਥਾ ਹੈਗੀ, ਇਸ ਨੂੰ ਸੁਣ ਲਾ। ਹੁਣ ਸਾਧ ਜਨਾਂ ਦੀ ਅਚਰਜ ਕਥਾ ਹੈਗੀ ਬਈ, ਉਸ ਮਾਲਕ ਨੂੰ ਜੇ ਤੇਰੇ ਅੰਦਰ ਖਿੱਚ ਹੈਗੀ ਆ, ਮਾਲਕ ਨੂੰ ਮਿਲਣ ਦੀ ਤੇਰੇ ਅੰਦਰ ਇੱਛਾ ਹੋ ਗਈ ਆ, ਸੌਰੀ ਮਾਫ ਕਰਨਾ ਜੀ ਮੈਂ ਲੈ ਨਹੀਂ ਪਾ ਰਿਹਾ, ਤਾਂ ਜਿਹੜਾ ਹੈਗਾ ਜਿਨ੍ਹਾਂ ਨੇ ਪਾਇਆ ਆ ਮਾਲਕ ਪਰਮਾਤਮਾ ਨੂੰ, ਉਹ ਸਾਧੂ ਜਿਹੜੇ ਹੈਗੇ ਆ, ਉਹਨਾਂ ਦੀ ਕਥਾ ਤੈਨੂੰ ਸੁਣਨੀ ਪੈਣੀ ਆ ਭਾਈ, ਉਹਨਾਂ ਦੀ ਗੱਲ ਸੁਣਨੀ ਪੈਣੀ ਆ। ਸਾਧ ਜਨਾ ਕੀ ਅਚਰਜ ਕਥਾ ਹੈ, ਅਚਰਜ ਹੈਗੀ ਭਾਈ, ਆਸ਼ਚਰਜਨਕ, ਉਹ ਮਾਲਕ ਤੱਕ ਪਹੁੰਚਾ ਸਕਦੀ ਹੈ। ਉਹ ਜਿਹੜੀ ਹੈਗੀ ਤੈਨੂੰ, ਉਹ ਉਹਨਾਂ ਦੀ ਗਾਈਡੈਂਸ, ਉਹਨਾਂ ਦੀ ਕਥਾ, ਉਹਨਾਂ ਦਾ ਗਿਆਨ ਜਿਹੜਾ ਹੈਗਾ ਲੈ ਕੇ, ਔਰ ਉਸ ਦੇ ਅਨੁਸਾਰ ਜਿਵੇਂ ਉਹਨਾਂ ਨੇ ਜਿਹੜਾ ਹੈਗਾ ਯਾਤਰਾ ਕੀਤੀ ਹੈ, ਉਹਨਾਂ ਨੇ ਜਿਹੜਾ ਹੈਗਾ ਗਿਆਨ ਦਿੱਤਾ ਹੈ, ਭਾਵੇਂ ਕੋਈ ਲਾਈਵ ਹੋਏ, ਭਾਵੇਂ ਕੋਈ ਜਿਹੜਾ ਹੈਗਾ, ਹੁਣ ਇਹ ਸਾਧੂ ਕੌਣ ਆ, ਗੁਰੂ ਕੌਣ ਆ, ਇਹ ਸਤਿਗੁਰੂ ਕੌਣ ਆ, ਇਹ ਜਿਹੜੇ ਹੈਗੇ ਆ, ਇਹ ਆਪਣੇ ਆਪ ਡਿਸਾਈਡ ਕਰ ਲਓ ਭਾਈ। ਇਹ ਜਿਹੜਾ ਹੈਗਾ ਆਪਾਂ ਡਿਸਾਈਡ ਕਰਨਾ ਹੈਗਾ। ਇਹ ਕਥਾ ਜਿਹੜੀ ਮਹਾਰਾਜ ਉਹੀ ਕਥਾ ਦੱਸ ਰਹੇ ਆ ਭਾਈ, ਬਈ ਆਹ ਸੁਣ ਲਾ, ਅਤੇ ਫਿਰ ਜਿਹੜਾ ਹੈਗਾ ਤੂੰ ਡਿਸਾਈਡ ਕਰੀ ਬਈ ਤੂੰ ਜਿੱਥੇ ਹੈਗਾ, ਜੋ ਕੁਛ ਕਰ ਰਿਹਾ ਆ, ਜਿਹਦੇ ਨਾਲ ਲੱਗਿਆ ਹੋਇਆ ਆ, ਇੰਨਾ ਸਮਾਂ ਹੋ ਗਿਆ ਤੈਨੂੰ, ਅਤੇ ਤੇਰੇ ਅੰਦਰ ਆਹ ਚੀਜ਼ਾਂ ਹੋ ਗਈਆਂ, ਆਹ ਚੀਜ਼ ਹੋ ਰਹੀ ਹੈ ਤੇਰੇ ਅੰਦਰ। ਹੁਣ ਆਪਾਂ ਅੱਗੇ ਚੱਲੀਏ। ਇਹ ਸ਼ਲੋਕ ਅਸ਼ਟਪਦੀ ਆਏ। ਸਾਧ ਕੇ ਸੰਗ ਮੁਖ ਉਜਲ ਹੋਤ। ਕਹਿੰਦੇ ਜੇ ਤੂੰ ਕਿਸੇ ਸਾਧ ਦੇ ਨਾਲ ਲੱਗਿਆ ਹੋਇਆ ਆ, ਜੇ ਤੂੰ ਕੋਈ ਜਿਹੜਾ ਹੈਗਾ ਜਿਹਦੀ ਮਹਾਰਾਜ ਗੱਲ ਕਰ ਰਿਹਾ, ਸਾਧ ਜਨਾਂ ਦੀ ਅਚਰਜ ਕਥਾ ਹੈਗੀ ਆ, ਅਤੇ ਤੇਰੇ ਅੰਦਰ ਕੁਛ ਨਾ ਕੁਛ ਤਾਂ ਅਚਰਜ ਹੋਣਾ ਚਾਹੀਦਾ ਨਾ, ਤੇਰੇ ਅੰਦਰ ਕੋਈ ਪਰਿਵਰਤਨ ਤਾਂ ਆਉਣਾ ਚਾਹੀਦਾ ਹੈ, ਤੇਰਾ ਮੁਖ ਥੋੜ੍ਹਾ ਜਿਹਾ ਉਜਲਾ ਤਾਂ ਹੋਣਾ ਚਾਹੀਦਾ ਹੈ। ਸਾਧ ਕੇ ਤੇਰੀ ਮੈਲ ਉਤਰਨੀ ਚਾਹੀਦੀ ਆ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਕਹਿੰਦੇ ਸਾਰੀ ਮੈਲ ਉਤਰਨੀ ਚਾਹੀਦੀ ਆ। ਜੇ ਤੂੰ ਸ਼ੁਰੂ ਕੀਤਾ ਤੇ ਤੇਰੇ ਅੰਦਰ ਕੁਛ ਤਾਂ ਹੋਏ ਨਾ, ਕੁਛ ਮੈਲ ਤਾਂ ਉਤਰੇ ਤੇਰੀ। ਸਾਧ ਕੇ ਸੰਗ ਮਿਟੇ ਅਭਿਮਾਨ। ਤੇਰਾ ਅਭਿਮਾਨ, ਤੇਰੀ ਹਉਮੈ ਜਿਹੜੀ ਹੈਗੀ ਆ, ਉਹ ਮਿਟਣੀ ਚਾਹੀਦੀ ਆ। ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਤੇਰੇ ਅੰਦਰ ਗਿਆਨ ਪੈਦਾ ਹੋਣਾ ਚਾਹੀਦਾ ਹੈ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ। ਉਹ ਮਾਲਕ ਪਰਮਾਤਮਾ ਤੈਨੂੰ ਬਿਲਕੁਲ ਨੇੜੇ, ਤੇਰੇ ਅੰਗ ਸੰਗ ਤੈਨੂੰ ਬੁੱਝਣਾ ਚਾਹੀਦਾ ਹੈ। ਤੇਰੇ ਅੰਦਰ ਫੀਲਿੰਗ ਆਉਣੀ ਚਾਹੀਦੀ ਹੈ ਵੀ ਮਾਲਕ ਮੇਰੇ ਨਾਲ ਹੈਗਾ, ਹਰ ਚੀਜ਼ ਦੇਖ ਰਿਹਾ ਹੈ, ਮੈਂ ਇਕੱਲਾ ਨਹੀਂ ਹੈਗਾ। ਸਾਧ ਸੰਗ ਸਭ ਹੋਤ ਨਿਵੇਰਾ। ਔਰ ਸਾਰਾ ਜਿਹੜਾ ਹੈਗਾ, ਜਿਹੜੀ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ, ਜੋ ਇਹ ਸਾਰੀ ਰਚਨਾ ਕੀਤੀ ਹੋਈ ਹੈ ਮਾਲਕ ਪਰਮਾਤਮਾ ਨੇ, ਇਹਦਾ ਜਿਹੜਾ ਹੈਗਾ, ਇਹਦਾ ਨਿਬੇੜਾ ਹੋਣਾ ਚਾਹੀਦਾ ਹੈ। ਇਹ ਜਿਹੜੀ ਯਾਤਰਾ ਹੈ, ਇਹ ਚੱਲੀ ਜਾ ਰਿਹਾ ਹੈ, ਜਿਹੜਾ ਜਨਮਾਂ ਤੋਂ ਜਿਹੜੀ ਯਾਤਰਾ ਕਰ ਰਿਹਾ ਹੈ, ਇਹ ਜਿਹੜੀ ਹੈਗੀ, ਇਸ ਦਾ ਜਿਹੜਾ ਹੈਗਾ ਕੁਛ ਨਾ ਕੁਛ ਤਾਂ ਸੋਲੂਸ਼ਨ ਹੋਣਾ ਚਾਹੀਦਾ ਇਹਦਾ।
ਸਾਧ ਕੇ ਸੰਗ ਪਾਏ ਨਾਮ ਰਤਨ, ਔਰ ਉਹ ਜਿਹੜਾ ਨਾਮ ਹੈਗਾ ਗੁਪਤ ਨਾਮ ਰਤਨ, ਉਹ ਤੈਨੂੰ ਮਿਲਣਾ ਚਾਹੀਦਾ ਹੈ ਭਾਈ। ਨਾ ਕਿਸੇ ਨੇ ਆਪਣਾ ਜਿਹੜਾ ਹੈ ਨਾ ਹੱਥ ਜਿਹੜਾ ਹੈਗਾ ਉਹ ਪੰਜਾ ਜਿਹੜਾ ਕੀਤਾ ਹੋਇਆ, ਪਲੀਜ਼ ਉਹਨੂੰ ਬੰਦ ਕਰ ਦਿਓ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉੱਪਰ ਜਤਨ। ਸਾਧ ਦੀ ਸੰਗਤ ਦੇ ਨਾਲ, ਇੱਕ ਦੇ ਨਾਲ ਤੇਰਾ ਯਤਨ ਹੋਣਾ ਚਾਹੀਦਾ, ਇੱਕ ਉੱਤੇ ਤੇਰਾ ਜਿਹੜਾ ਹੈਗਾ ਇੱਕ ਦੇ ਬਲ ਲੱਗਣਾ ਚਾਹੀਦਾ ਹੈ ਤੂੰ। ਸਾਧ ਕੇ ਸੰਗ ਏਕ ਉੱਪਰ ਜਤਨ, ਇੱਕ ਤੇ ਭਰੋਸਾ ਹੋਣਾ ਚਾਹੀਦਾ ਤੇਰਾ ਮਾਲਕ ਪਰਮਾਤਮਾ ਦੇ, ਇੱਕ ਦੇ ਨਾਲ ਲੱਗਣਾ ਚਾਹੀਦਾ ਹੈ ਤੂੰ। ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ, ਕਹਿੰਦੇ ਕੌਣ ਹੈਗਾ ਐਸਾ ਇਨਸਾਨ ਜਿਹੜਾ ਸਾਧ ਦੀ ਮਹਿਮਾ ਦੱਸ ਸਕੇ। ਦੇਖੋ ਸਾਧ ਦੀ ਗੱਲ ਕਰ ਰਹੇ ਆ ਹੁਣ, ਦੇਖ ਲਓ ਸਾਧ ਕੀ ਮਹਿਮਾ ਵਰਨੇ ਕੌਣ, ਕਿਹੜਾ ਪ੍ਰਾਣੀ ਹੈ ਜਿਹੜਾ ਸਾਧ ਦੀ ਮਹਿਮਾ ਵਰਣਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪਰਮਾਏ ਸਮਾਣੀ, ਉਹਦੀ ਤਾਂ ਸੋਭਾ ਪਰਮਾਤਮਾ ਦੇ ਵਿੱਚ ਸਮਾਈ ਹੋਈ ਹੈ, ਉਹ ਤਾਂ ਪਰਮਾਤਮਾ ਦਾ ਰੂਪ ਹੈਗਾ। ਉਹ ਸਾਧੂ ਜਿਹੜੇ ਹੈਗੇ ਆ, ਹੁਣ ਆਹ ਚੀਜ਼ਾਂ ਜੇ ਆਪਣੇ ਅੰਦਰ ਨਹੀਂ ਘਟ ਰਹੀਆਂ ਭਾਈ, ਤੇ ਫਿਰ ਆਪਾਂ ਜਿਹੜੇ ਹੈਗੇ ਭਾਈ ਚਾਹੇ ਜਿਹਦੀ ਮਰਜ਼ੀ ਸੰਗਤ ਕਰ ਰਹੇ ਆ ਤੇ ਸਾਧ ਦੀ ਸੰਗਤ ਨਹੀਂ ਕਰ ਰਹੇ ਭਾਈ, ਸਵਾਲ ਹੀ ਨਹੀਂ ਪੈਦਾ ਹੁੰਦਾ ਭਾਈ। ਜੇ ਆਹ ਚੀਜ਼ਾਂ ਨਹੀਂ ਵਰਤ ਰਹੀਆਂ ਆਪਣੇ ਅੰਦਰ, then there is something serious। ਜੀਵਨ ਆਪਣਾ ਹੈਗਾ, ਇਹਨੇ ਨਿਕਲ ਜਾਣਾ ਹੈ ਹੱਥ ਤੋਂ, ਦਿਨੋਂ ਦਿਨ ਨਿਕਲ ਰਹੇ ਆ। ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਲਾਜ਼ਮੀ ਹੋਣੀਆਂ ਚਾਹੀਦੀਆਂ। ਸਟਾਰਟ ਇੱਥੋਂ ਹੀ ਹੋ ਰਹੀ ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਜੇ ਤੂੰ ਧਰਮ ਦੇ ਰਸਤੇ ਤੇ, ਬ੍ਰਹਮ ਗਿਆਨ ਦੇ ਰਸਤੇ ਤੇ ਜਾਂ ਲਿਵ ਵਾਲੇ ਰਸਤੇ ਤੇ ਤੁਰ ਰਿਹਾ ਆ, ਤੇ ਆਹ ਚੀਜ਼ ਹੋਣੀ ਚਾਹੀਦੀ ਹੈ ਤੇਰੇ ਅੰਦਰ। ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟਾਇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ऊपर जतन, साध की महिमा वरने कौन परानी, नानक साध की शोभा प्रमाय समानी। देख लो भाई, और गुरु ग्रंथ साहब ਦੇ ਵਿੱਚ ਜਿਹੜੇ 36 ਸਾਧ ਹੈਗੇ ਆ, ਇੰਨੀਆਂ ਦੀ ਆਪਾਂ ਸੰਗਤ ਕਰ ਰਹੇ ਹਾਂ ਔਰ ਆਹ ਚੀਜ਼ ਨਹੀਂ ਵਰਤ ਰਹੀ, ਤੇ ਫਿਰ ਕੀ ਕਿੱਥੇ ਗੜਬੜ ਹੈ ਭਾਈ। ਸਾਧ ਕੇ ਸੰਗ ਅਗੋਚਰ ਮਿਲੈ, ਅਗੋਚਰ ਜਿਹੜਾ ਹੈਗਾ, ਜਿਹੜਾ ਇੰਦਰੀਆਂ ਦੀ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਉਹ ਮਿਲਣਾ ਚਾਹੀਦਾ ਹੈ ਭਾਈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਹਮੇਸ਼ਾ ਖੇੜੇ ਦੇ ਵਿੱਚ ਹੋਣਾ ਚਾਹੀਦਾ ਇਨਸਾਨ, ਹਮੇਸ਼ਾ ਖੇੜੇ ਦੇ ਵਿੱਚ ਰਹਿਣਾ ਚਾਹੀਦਾ ਹੈ। ਆਪਾਂ ਤਾਂ ਝੁਰ ਰਹੇ ਹਾਂ, ਆਪਾਂ ਤਾਂ ਦੁਖੀ ਹੋ ਰਹੇ ਹਾਂ। ਸਾਧ ਕੇ ਸੰਗ ਆਵੇਂ ਬਸ ਪੰਚਾ, ਇਹ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਬਸ 'ਚ ਆਉਣੇ ਸ਼ੁਰੂ ਹੋ ਜਾਣੇ ਚਾਹੀਦੇ ਆ। ਤਾਂ ਸਾਧ ਦੀ ਸੰਗਤ ਕਰ ਰਹੇ ਹਾਂ ਆਪਾਂ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਅੰਮ੍ਰਿਤ ਰਸ ਪਹੁੰਚਣਾ ਚਾਹੀਦਾ ਹੈ, ਅੰਮ੍ਰਿਤ ਆ ਜਾਣਾ ਚਾਹੀਦਾ ਹੈ, ਰੱਜ ਜਾਣਾ ਚਾਹੀਦਾ ਇਨਸਾਨ ਨੂੰ, ਤ੍ਰਿਪਤੀ ਹੋ ਜਾਣੀ ਚਾਹੀਦੀ ਆ। ਸਾਧ ਸੰਗ ਹੋਏ ਸਭ ਕੀ ਰੇਣ, ਔਰ ਸਾਰਿਆਂ ਦੀ ਰੇਣ ਜਿਹੜਾ ਹੈ ਸਭ ਤੋਂ ਨੀਵਾਂ ਆਪਣੇ ਆਪ ਨੂੰ ਸਮਝਣਾ, ਆਹ ਹੋਣਾ ਚਾਹੀਦਾ ਹੈ, ਆਹ ਗੁਣ ਹੋਣਾ ਚਾਹੀਦਾ ਹੈ। ਸਾਧ ਕੇ ਸੰਗ ਮਨੋਹਰ ਬੈਨ, ਔਰ ਸਾਧ ਦੀ ਸੰਗਤ ਦੇ ਨਾਲ ਆਪਣੇ ਅੰਦਰ ਜਿਹੜੇ ਹੈਗੇ, ਆਪਣੇ ਬਚਨ ਜਿਹੜੇ ਹੈਗੇ, ਉਹ ਮਨ ਨੂੰ ਮੋਹਣ ਵਾਲੇ ਹੋਣੇ ਚਾਹੀਦੇ ਆ। ਬੈਨ ਮਤਲਬ ਬਚਨ। ਸਾਧ ਕੇ ਸੰਗ ਨਾ ਕਤਹੂ ਧਾਵੈ, ਔਰ ਸਾਧ ਦੀ ਸੰਗਤ ਜਿਹੜਾ ਕਰਦਾ ਹੈ, ਉਹਦਾ ਮਨ ਕਿਤੇ ਦੌੜਦਾ ਨਹੀਂ ਹੈ, ਆਪਣਾ ਤਾਂ ਮਨ ਰੁਕਦਾ ਹੀ ਨਹੀਂ ਹੈ। ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਦੀ ਸੰਗਤ ਕਰ ਰਹੇ ਤੇ ਅਸਥਿਤ ਮਨ ਰੁਕ ਜਾਣਾ ਚਾਹੀਦਾ, ਅਸਥਿਤ, ਉਹਦੇ ਵਿੱਚ ਕੋਈ ਵਿਚਾਰ ਨਹੀਂ ਹੋਣਾ ਚਾਹੀਦਾ। ਇਹ ਮਨ ਦੇ ਸਮੁੰਦਰ ਦੇ ਵਿੱਚ, ਮਨ ਦੇ ਸਰੋਵਰ ਦੇ ਵਿੱਚ। ਸਾਧ ਕੇ ਸੰਗ ਮਾਇਆ ਤੇ ਭਿੰਨ, ਮਾਇਆ ਜਿਹੜੀ ਵਰਤੀ ਹੈ ਮਾਲਕ ਨੇ, ਜਿਹੜੀ ਖੇਡ ਪਾਈ ਆ, ਉਸ ਤੋਂ ਉੱਪਰ ਹੋਣਾ ਚਾਹੀਦਾ ਹੈ ਜਿਹੜਾ ਸਾਧ ਦੀ ਸੰਗਤ ਕਰ ਰਿਹਾ ਆ। ਆਪਾਂ ਤਾਂ ਉਹਦੇ ਅੰਦਰ ਹੀ ਡੁੱਬੇ ਪਏ ਆ। ਸਾਧ ਸੰਗ ਨਾਨਕ ਪ੍ਰਭ ਸੁਪਰਸੰਨ, ਮਾਲਕ ਪਰਮਾਤਮਾ ਖੁਸ਼ ਹੋ ਜਾਣਾ ਚਾਹੀਦਾ ਹੈ ਭਾਈ ਜਿਹੜਾ ਸਾਧ ਦੀ ਸੰਗਤ ਕਰ ਰਿਹਾ ਹੈ। ਤਾਂ ਆਪਾਂ ਸਾਧ ਦੀ ਸੰਗਤ ਕਰ ਰਹੇ ਹਾਂ ਭਾਈ, ਨਹੀਂ ਤਾਂ ਕੋਈ ਗੜਬੜ ਹੈਗੀ ਭਾਈ, ਨਹੀਂ ਕਰ ਰਹੇ ਆਪਾਂ ਸੰਗਤ।
ਸਾਧ ਦੇ ਵਿੱਚ ਤਾਂ ਕੋਈ ਜਿਹੜਾ ਹੈਗਾ ਉਹਦੇ 'ਚ ਤਾਂ ਕੁਛ ਵੀ ਜਿਹੜਾ ਹੈਗਾ ਉਹ ਨਹੀਂ ਹੈਗਾ, ਆਪਣੇ ਅੰਦਰ ਹੀ ਕਮੀ ਹੈਗੀ। ਸਾਧ ਸੰਗ ਦੁਸ਼ਮਣ ਸਭ ਮੀਤ, ਆਹ ਕੰਡੀਸ਼ਨ ਆਉਣੀ ਚਾਹੀਦੀ ਹੈ। ਕੋਈ ਦੁਸ਼ਮਣ ਰਹਿਣਾ, ਦੁਸ਼ਮਣ ਵੀ ਮਿੱਤਰ ਦਿਸਣੇ ਚਾਹੀਦੇ। ਸਾਧੂ ਕੇ ਸੰਗ ਮਹਾਪੁਨੀਤ, ਇੰਨਾ ਪਵਿੱਤਰ ਹੋ ਜਾਣਾ ਚਾਹੀਦਾ, ਮਹਾਪੁਨੀਤ ਹੋ ਜਾਣਾ ਚਾਹੀਦਾ ਜੇ ਸਾਧੂ ਦੀ ਸੰਗਤ ਕਰ ਰਿਹਾ। ਤੇ ਸਾਧ ਸੰਗ ਕਿਸਿਓ ਨਹੀਂ ਬੈਰ, ਕਿਸੇ ਦੇ ਨਾਲ ਬੈਰ ਹੀ ਨਹੀਂ ਹੋਣਾ ਚਾਹੀਦਾ। ਆਪਣੇ ਤਾਂ ਸਾਰਿਆਂ ਦੇ ਨਾਲ ਦੁਸ਼ਮਣੀ ਹੈਗੀ। ਬਿਲਕੁਲ ਉਲਟਾ ਕੰਮ ਚੱਲ ਰਿਹਾ ਹੈ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਵਿੰਗਾ ਪੈਰ। ਵਿੰਗਾ ਪੈਰ ਕਿ ਕਿਤੇ ਗਲਤ ਜਿਹੜਾ ਹੈਗਾ, ਆਪਾਂ ਗਲਤ ਸੋਚਣਾ ਨਹੀਂ ਹੈ, ਔਰ ਆਪਾਂ ਤਾਂ ਵਿੰਗੇ ਪੈਰ ਤੋਂ ਸਿੱਧਾ ਪੈਰ ਰੱਖਦੇ ਹੀ ਨਹੀਂ ਹੈ। ਸਾਧ ਕੇ ਸੰਗ ਨਾ ਹੀ ਕੋ ਮੰਦਾ, ਆਪਾਂ ਨੂੰ ਤਾਂ ਮੰਦੇ ਹੀ ਮੰਦੇ ਦਿਸਦੇ ਆ ਭਾਈ। ਇੱਥੇ ਮਹਾਰਾਜ ਕਹਿੰਦੇ ਕੋਈ ਮੰਦਾ ਦਿਸਣਾ ਹੀ ਨਹੀਂ ਚਾਹੀਦਾ। ਇਹ ਤਾਂ ਬਿਲਕੁਲ ਆਪੋਜ਼ਿਟ ਗੱਲ ਹੋ ਰਹੀ ਹੈ। ਸਾਧ ਸੰਗ ਜਾਣੇ ਪਰਮਾਨੰਦਾ, ਉਹ ਪਰਮਾਨੰਦ ਮਾਲਕ ਪਰਮਾਤਮਾ, ਉਹਨੂੰ ਜਾਣਨਾ, ਉਹਨੂੰ ਬੁੱਝਣਾ, ਉਹ ਆਪਣੇ ਅੰਦਰ ਪਰਮ ਆਨੰਦ ਜਿਹੜਾ ਹੈਗਾ ਉਹਦਾ ਕੁਛ ਨਾ ਕੁਛ ਤਾਂ ਆਪਣੇ ਸਿੰਪਟਮ ਆਉਣੇ ਚਾਹੀਦੇ ਆ ਭਾਈ। ਸਾਧ ਕੇ ਸੰਗ ਨਾ ਹੀ ਹਉ ਤਾਪ, ਔਰ ਹਉਮੈ ਦਾ ਜਿਹੜਾ ਹੈਗਾ ਇਹ ਸਾੜਾ ਜਿਹੜਾ ਹੈਗਾ ਇਹ ਨਹੀਂ ਹੋਣਾ ਚਾਹੀਦਾ। ਮੈਂ ਨਹੀਂ ਹੋਣਾ ਚਾਹੀਦਾ ਭਾਈ। ਸਾਧ ਕੇ ਸੰਗ ਤਜੇ ਸਭ ਆਪ, ਔਰ ਆਪਣੀ ਪਕੜ ਜਿਹੜੀ ਹੈ ਸਾਰੀ ਦੀ ਸਾਰੀ ਛੱਡ ਦੇਣੀ ਚਾਹੀਦੀ ਹੈ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਏ। ਮਾਲਕ ਪਰਮਾਤਮਾ ਜਾਣਦਾ ਹੈ ਭਾਈ ਸਾਧ ਦੀ ਅਵਸਥਾ, ਸਾਧ ਦੀ ਵਡਿਆਈ। ਸਾਧ ਤੇ ਪਰਮਾਤਮਾ ਇੱਕੋ ਹੀ ਹੈਗੇ ਭਾਈ, ਉਹਨਾਂ ਦੀ ਬਣ ਆਈ ਹੈ, ਉਹ ਇੱਕ ਮਿਕਿਆ। ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੇ ਸੰਗ ਨਾ ਕਬਹੂ ਧਾਵੈ, ਕਹਿੰਦੇ ਸਾਧ ਦੇ ਨਾਲ ਤਾਂ ਕਹਿੰਦੇ ਕਿਤੇ ਇੱਧਰ ਉੱਧਰ ਜਾਂਦਾ ਹੀ ਨਹੀਂ ਹੈ ਮਾਇਆ ਦੇ ਵਿੱਚ, ਇਹ ਰਸਾਂ ਕਸਾਂ ਦੇ ਵਿੱਚ। ਸਾਧ ਕੇ ਸੰਗ ਨਾ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੇ, ਹਮੇਸ਼ਾ ਸੁਖ ਪ੍ਰਾਪਤ ਕਰ ਲੈਂਦਾ, ਸੁਖੀ ਹੋ ਜਾਂਦਾ ਹੈ ਇਨਸਾਨ ਜਿਹੜਾ ਸਾਧ ਦੀ ਸੰਗਤ ਕਰ ਰਿਹਾ ਹੈ। ਸਾਧ ਸੰਗ ਬਸਤ ਅਗੋਚਰ ਲਹੈ, ਉਹ ਵਸਤੂ ਨਾਮ ਵਾਲੀ ਵਸਤੂ ਅਗੋਚਰ ਜਿਹੜੀ ਹੈਗੀ ਉਹ ਮਿਲਣੀ ਚਾਹੀਦੀ ਹੈ ਭਾਈ। ਸਾਧੂ ਕਹਿ ਸੰਗ ਅਜਰ ਸਹਿ, ਔਰ ਸਾਧੂ ਦੀ ਸੰਗਤ ਹੋ ਗਈ ਹੈ ਤੇ ਉਹਦੀ ਕੰਡੀਸ਼ਨ ਹੈਗੀ ਅਜਰ ਜਿਹੜਾ ਹੈਗਾ। ਕੋਈ ਬੋਲਦਾ ਹੈ, ਆਪਾਂ ਉਹਨੂੰ ਸਹਿੰਦੇ ਹਾਂ, ਆਪਾਂ ਤਾਂ ਉਸੇ ਵੇਲੇ ਉਹਨੇ ਇੱਟ ਮਾਰੀ ਤੇ ਆਪਾਂ ਪੱਥਰ ਮਾਰਦੇ ਹਾਂ। ਸਾਧੂ ਕਹਿ ਸੰਗ ਅਜਰ ਆਇਆ, ਅਜਰ ਨਹੀਂ ਸਹਿਆ ਜਾਂਦਾ। ਸਾਧੂ ਕੇ ਸੰਗ ਅਜਰ ਸਹਿ, ਸਾਧ ਕੇ ਸੰਗ ਬਸੈ ਥਾਨ ਉੱਚਾ, ਕਹਿੰਦੇ ਮਾਇਆ ਤੋਂ ਉੱਪਰ, ਕਮਲ ਵਾਂਗੂ ਉੱਪਰ ਰਹਿੰਦਾ ਹੈ, ਵਿੱਚੇ ਮਾਇਆ ਦੇ ਉੱਪਰ। ਸਾਧੂ ਕੇ ਸੰਗ ਬਸੈ ਥਾਨ ਉੱਚਾ, ਸਾਧੂ ਕੇ ਸੰਗ ਮਹਿਲ ਪਹੁੰਚੈ, ਉਹ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਪਹੁੰਚ ਜਾਂਦਾ ਹੈ ਭਾਈ। ਚੌਥੇ ਪਦ ਦੇ ਵਿੱਚ ਗਤੀ ਕਰਦਾ ਹੈ ਉਹ, ਤਿਰਗੁਣੀ ਮਾਇਆ ਤੋਂ ਉੱਪਰ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਦੀ ਸੰਗਤ ਹੋ ਗਈ ਤੇ ਧਰਮ ਜਿਹੜਾ ਹੈਗਾ ਕੁਛ ਕਮੀ ਰਹਿਣੀ ਨਹੀਂ ਚਾਹੀਦੀ। ਵੀ ਕਾਹਦੇ ਵਾਸਤੇ ਇਹ ਮਨੁੱਖੀ ਜੀਵਨ ਮਿਲੀ ਹੈ ਮੈਨੂੰ, ਕੀ ਮੇਰਾ ਫਰਜ਼ ਹੈਗਾ, ਕੀ ਕੰਮ ਮੈਂ ਕਰਨਾ ਹੈ ਮੈਂ ਇੱਥੇ ਆ ਕੇ, ਉਹ ਸਾਰਾ ਪੱਕਾ ਦ੍ਰਿੜ ਹੋਣਾ ਚਾਹੀਦਾ ਭਾਈ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਕੇਵਲ ਮਾਲਕ ਪਰਮਾਤਮਾ ਹੀ ਹੋਣਾ ਚਾਹੀਦਾ ਹੈ। ਹਰ ਜਗ੍ਹਾ ਜੋ ਕੁਛ ਵੀ ਦਿਸ ਰਿਹਾ ਹੈ ਉਹਦੇ ਵਿੱਚ ਉਹ ਪਾਰ ਬ੍ਰਹਮ ਹੀ ਨਜ਼ਰ ਆਉਣਾ ਚਾਹੀਦਾ ਹੈ। ਸਾਧ ਕੇ ਸੰਗ ਪਾਏ ਨਾਮ ਨਿਦਾਨ, ਔਰ ਨਾਮ ਖਜ਼ਾਨਾ ਮਿਲਣਾ ਚਾਹੀਦਾ ਹੈ ਭਾਈ। ਨਾਨਕ ਸਾਧੂ ਕੇ ਕੁਰਬਾਨ, ਕਹਿੰਦੇ ਮੈਂ ਤਾਂ ਐਸੇ ਸਾਧੂਆਂ ਤੋਂ ਕੁਰਬਾਨ ਜਾਣਾ ਹੈ। ਪੰਜਵਾਂ ਪਦ ਆ ਗਿਆ, ਸਾਧੂ ਕੇ ਸੰਗ ਸਭ ਕੁਲ ਉਧਾਰੈ, ਕਹਿੰਦੇ ਆਪ ਤਾਂ ਉੱਧਰ ਜਾਏਗਾ, ਸਾਰੇ ਜਿਹੜੇ ਵੀ ਸੰਗਤ ਕਰਨਗੇ ਸਾਰੇ ਕੁਲ ਨੂੰ ਉਧਾਰ ਦੇਗਾ ਭਾਈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸੱਜਣਾ ਮਿੱਤਰ ਜਿਹੜੇ ਵੀ ਹੈਗੇ, ਕੁਟੰਬੀ ਜਿਹੜੇ ਹੈਗੇ ਸਾਰਿਆਂ ਨੂੰ, ਉਹ ਜਿਹੜੇ ਵੀ ਉਹਦੇ ਨਾਲ ਲੱਗਣਗੇ ਉਹ ਤਾਂ ਉੱਧਰ ਜਾਣਗੇ ਸਾਰੇ ਦੇ ਸਾਰੇ। ਸੰਸਾਰ ਸਮੁੰਦਰ ਤੋਂ ਨਿਸਤਾਰਾ ਹੋ ਜਾਏਗਾ ਉਹਨਾਂ ਦਾ। ਸਾਧੂ ਕੇ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਵਾਹ ਬਈ ਵਾਹ,
ਕਹਿੰਦੇ ਸਾਧੂ ਦੀ ਸੰਗਤ ਕੀਤੀ ਹੈ ਤੇ ਐਸਾ ਧਨ ਮਿਲ ਜਾਣਾ ਚਾਹੀਦਾ ਹੈ ਜਿਸ ਧਨ ਦੇ ਨਾਲ ਸਾਰਿਆਂ ਨੂੰ ਖੁਸ਼ਹਾਲ ਕਰ ਸਕੇ, ਸਾਰਿਆਂ ਤੇ ਵਰਖਾ ਕਰਦੇ ਪਾ ਧਨ ਦੀ, ਸਾਰਿਆਂ ਨੂੰ ਜਿਹੜਾ ਹੈਗਾ, ਸਾਰਿਆਂ ਨੂੰ ਜਿਹੜਾ ਖੁਸ਼ ਕਰਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮਰਾਜ ਜਿਹੜਾ ਹੈਗਾ ਲੇਖਾ ਲੈਂਦਾ ਹੈ, ਜਿਹੜਾ ਜੂਨਾਂ 'ਚ ਭੇਜਦਾ ਹੈ, ਕਹਿੰਦੇ ਉਹ ਸੇਵਾ ਕਰਨ ਲੱਗ ਜਾਏ ਭਾਈ। ਉਹ ਹੈ ਸਾਧ ਦੀ ਸੰਗਤ। ਸਾਧ ਕੇ ਸੰਗ ਸੋਭਾ ਸੁਰ ਦੇਵਾ, ਦੇਵਤੇ ਜਿਹੜੇ ਹੈਗੇ ਉਹ ਵੀ ਸੋਭਾ ਕਰਨ ਲੱਗ ਪੈਣ ਜਿਹਨੇ ਸਾਧ ਦੀ ਸੰਗਤ ਕੀਤੀ ਹੈ। ਸਾਧੂ ਕੇ ਸੰਗ ਪਾਪ ਪਲਾਇਨ, ਪਾਪ ਜਿਹੜੇ ਆ ਨੱਠਣੇ ਚਾਹੀਦੇ ਆ, ਲੇਖਾ ਜੋਖਾ ਖਤਮ ਹੋਣਾ ਚਾਹੀਦਾ ਹੈ ਸਾਧੂ ਦੀ ਸੰਗਤ ਦੇ ਦੁਆਰਾ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਦੀ ਸੰਗਤ ਕੀਤੀ ਹੈ ਪਾਏ ਤੇ ਪਰਮੇਸ਼ਰ ਦੇ ਗੁਣ ਜਿਹੜੇ ਹੈਗੇ ਅੰਮ੍ਰਿਤ ਰਸ ਦੇ ਨਾਲ ਪਰਮੇਸ਼ਰ ਦੇ ਗੁਣ ਅੰਦਰ, ਪਰਮੇਸ਼ਰ ਦੇ ਸਾਰੇ ਗੁਣ ਅੰਦਰ ਆ ਜਾਣੇ ਚਾਹੀਦੇ ਆ ਜਿਹਨੇ ਸਾਧ ਦੀ ਸੰਗਤ ਕੀਤੀ ਹੈ। ਸਾਧ ਕੇ ਸੰਗ ਸਰਬ ਥਾਨ ਗਮ, ਸਾਧ ਦੀ ਸੰਗਤ ਜਿਹਨੇ ਕਰ ਲਈ ਹੈ ਭਾਈ, ਉਹ ਤਾਂ ਹਰੇਕ, ਜਿਹਨੇ ਸਾਧੂ ਦੀ ਸੰਗਤ ਕੀਤੀ ਹੈ ਭਾਈ, ਉਹ ਤਾਂ ਹਰ ਜਗ੍ਹਾ 'ਤੇ ਜਿਹੜਾ ਹੈਗਾ ਉਹ ਹਰੇਕ ਉਹਦੇ ਵਾਸਤੇ ਜਿਹੜਾ ਹੈਗਾ ਇਹ ਪਰਮੇਸ਼ਰ ਦੇ ਰਸਤੇ ਦੇ ਉੱਤੇ ਕੋਈ ਜਿਹੜਾ ਹੈਗਾ ਕਠਿਨਾਈ ਨਹੀਂ ਹੁੰਦੀ। ਸਰਬ ਥਾਨ ਗਮ, ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧੂ ਦੀ ਸੰਗਤ ਕੀਤੀ ਹੈ ਤੇ ਜਨਮ ਸਫਲ ਹੋਣਾ ਚਾਹੀਦਾ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਹੁਣ ਜਿਹਨੇ ਸਾਧੂ ਦੀ ਸੰਗਤ ਕੀਤੀ ਆ, ਜਿਹੜਾ ਸਾਧੂ ਦੀ ਸੰਗਤ ਕਰ ਰਿਹਾ, ਕਹਿੰਦੇ ਹੋਰ ਕਾਲਣਾ ਕੀ ਕਰਨੀ ਹੈ ਉਹਨੇ, ਹੋਰ ਕਾਲਣਾ ਕਿਹੜੀ ਕਰਨੀ ਹੈ। ਦਰਸ਼ਨ ਭੇਟਤ ਹੋਤ ਨਿਹਾਲ, ਕਹਿੰਦੇ ਉਹਦੇ ਤਾਂ ਦਰਸ਼ਨ ਭੇਟਣ ਦੇ ਨਾਲ ਹੀ ਨਿਹਾਲੋ ਨਿਹਾਲ ਖੁਸ਼ਹਾਲ ਹੋ ਜਾਂਦਾ ਹੈ ਭਾਈ। ਜਿਹਨੇ ਸਾਧ ਦੀ ਸੰਗਤ ਕੀਤੀ ਹੈ ਤੇ ਨਿਹਾਲੋ ਨਿਹਾਲ ਹੋ ਜਾਏਗਾ। ਸਾਧ ਕੇ ਸੰਗ ਕਲੁਖਤ ਹਰੇ, ਕਹਿੰਦੇ ਸਾਰੀ ਦੀ ਸਾਰੇ ਪਾਪ, ਸਾਰੇ ਦੇ ਸਾਰੇ ਬਜਰ ਪਾਪ ਦੂਰ ਹੋ ਜਾਂਦੇ ਆ। ਸਾਧ ਕੇ ਸੰਗ ਨਰਕ ਪਰ ਹਰੇ, ਨਰਕ ਜਿਹੜਾ ਜਾਣਾ ਸੀ ਨਰਕ ਵੀ ਪਾਸੇ ਰਹਿ ਜਾਂਦਾ ਹੈ, ਜੂਨਾਂ ਪਾਸੇ ਰਹਿ ਜਾਂਦੀਆਂ। ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਦੀ ਸੰਗਤ ਦੇ ਨਾਲ ਲੋਕ ਤੇ ਪਰਲੋਕ ਦੇ ਵਿੱਚ ਖੁਸ਼ਹਾਲ ਹੋ ਜਾਂਦਾ ਹੈ, ਸੁਹੇਲਾ ਹੋ ਜਾਂਦਾ ਹੈ। ਸਾਧ ਸੰਗ ਵਿਛਰਤ ਹਰ ਮੇਲਾ, ਔਰ ਜਨਮਾਂ ਜਨਮਾਂ ਤੋਂ ਆਪਾਂ ਮਾਲਕ ਤੋਂ ਵਿਛੜੇ ਹੋਏ ਉਹ ਮੇਲਾ ਹੋ ਜਾਂਦਾ ਹੈ ਭਾਈ। ਸੁਰਤ ਜਾ ਕੇ ਆਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਕਹਿੰਦੇ ਆਇਆ ਸਾਧੂ ਦੀ ਸੰਗਤ ਪਾਈ, ਕੋਈ ਇੱਛਾ ਰਹਿੰਦੀ ਨਹੀਂ ਹੈਗੀ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਸਾਧ ਦੀ ਸੰਗਤ ਬਿਰਥਾ ਨਹੀਂ ਜਾਂਦੀ। ਜਿਹਨੇ ਸਾਧ ਦੀ ਸੰਗਤ ਕੀਤੀ ਹੈ ਪਾਈ, ਉਹਦਾ ਜਨਮ ਜਿਹੜਾ ਹੈਗਾ ਸਫਲ ਹੋ ਜਾਏਗਾ। ਪਾਰ ਬ੍ਰਹਮ ਸਾਧ ਰਿੱਧ ਬਸੈ, ਉਹ ਮਾਲਕ ਪਰਮਾਤਮਾ ਸਾਧੂ ਦੇ ਹਿਰਦੇ 'ਚ ਵਸਦਾ ਹੈ। ਨਾਨਕ ਉਧਰੈ ਸਾਧ ਸੁਨ ਰਸੈ, ਔਰ ਜਿਹੜਾ ਵੀ ਸਾਧ ਦੀ ਰਸਨਾ ਤੋਂ, ਜੋ ਬੋਲ ਰਸਨਾ ਤੋਂ ਸਾਧ ਦੀ ਤੋਂ ਆ ਰਿਹਾ ਹੈ, ਜਿਹੜਾ ਉਹਨੂੰ ਸੁਣ ਲਊਗਾ ਉਹਨਾਂ ਲਾਜ਼ਮੀ ਉਹ ਉੱਧਰ ਜਾਏਗਾ ਭਾਈ, ਜਿਹੜਾ ਸੁਣ ਲਊਗਾ। ਆਪਾਂ ਸੁਣਦੇ ਨਹੀਂ ਹੈਗੇ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਦੀ ਸੰਗਤ ਕੀਤੀ ਹੈ ਤੇ ਨਾਮ ਸੁਣਨਾ ਚਾਹੀਦਾ ਹੈ। ਨਾਮ ਦੇ ਵੱਲ, ਉਹ ਨਾਮ ਦੇ ਵੱਲ ਜਿਹੜਾ ਹੈਗਾ ਉਹ ਪੂਰਾ ਜਿਹੜਾ ਹੈਗਾ ਨਾਮ ਦੇ ਵੱਲ ਪੂਰੀ ਤਰ੍ਹਾਂ ਲੱਗ ਜਾਏਗਾ ਭਾਈ। ਉਹਨੂੰ ਨਾਮ ਪੱਕਾ ਹੋ ਜਾਏਗਾ ਵੀ ਮੈਂ ਤਾਂ ਨਾਮ ਜਿਹੜਾ ਹੈਗਾ ਮੇਰੇ ਅੰਦਰ ਗੁਪਤ ਹੈ, ਇਹਨੂੰ ਪ੍ਰਗਟ ਕਰਨਾ ਹੈ। ਸਾਧ ਸੰਗ ਹਰ ਕੇ ਗੁਣ ਗਾਓ, ਉਹ ਤਾਂ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਏਗਾ ਭਾਈ। ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧੂ ਦੀ ਸੰਗਤ ਮਨ ਤੋਂ ਨਹੀਂ ਵਿਸਰਦੀ। ਉਹ ਮਾਲਕ ਪਰਮਾਤਮਾ ਜਿਹੜਾ ਹੈ ਮਨ ਤੋਂ ਨਹੀਂ ਵਿਸਰਦਾ ਜਿਹਨੇ ਸਾਧੂ ਦੀ ਸੰਗਤ ਕੀਤੀ ਹੈ। ਸਾਧ ਸੰਗ ਸਰ ਪਰ ਨਿਸਤਰੈ, ਜਿਹਨੇ ਸਾਧੂ ਦੀ ਸੰਗਤ ਕੀਤੀ ਹੈ ਭਾਈ, ਉਹ ਤਾਂ ਮਸਤ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਉਹਦਾ। ਸਾਧ ਕੇ ਸੰਗ ਲਗੈ ਪ੍ਰਭ ਮਿੱਠਾ, ਔਰ ਇਹ ਭਗਤੀ ਜਿਹੜੀ ਹੈਗੀ ਮਿੱਠੀ ਲੱਗਣ ਲੱਗ ਜਾਂਦੀ ਹੈ। ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ। ਸਾਧੂ ਕੇ ਸੰਗ ਘਟ ਘਟ ਡੀਠਾ, ਸਾਧੂ ਦੀ ਸੰਗਤ ਕਰਨ ਦੇ ਨਾਲ ਉਹ ਮਾਲਕ ਪਰਮਾਤਮਾ ਹਰੇਕ ਦੇ ਅੰਦਰ ਨਜ਼ਰ ਆਉਂਦਾ ਹੈ। ਸਾਧ ਸੰਗ ਭਏ ਆਗਿਆਕਾਰੀ,
ਸਾਧੂ ਦੀ ਸੰਗਤ ਜਿਹਨੇ ਕੀਤੀ ਆ ਆਗਿਆਕਾਰੀ ਹੋ ਜਾਏਗਾ ਭਾਈ, ਉਹ ਆਗਿਆ ਮੰਨੂਗਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ। ਕਹਿੰਦੇ ਸਾਧੂ ਦੀ ਸੰਗਤ ਦੇ ਨਾਲ ਹੀ ਸਾਡੀ ਜਿਹੜੀ ਹੈਗੀ ਉੱਚੀ ਅਵਸਥਾ ਹੁੰਦੀ ਹੈ। ਸਾਧ ਕੇ ਸੰਗ ਮਿਟੇ ਸਭ ਰੋਗ, ਜਿਹੜੇ ਵੀ ਇਹ ਕਾਮ ਕ੍ਰੋਧ ਲੋਭ ਓਂਕਾਰ ਜਿਹੜੇ ਹੈਗੇ, ਇਹ ਰਾਗ ਦੁਵੇਸ਼, ਇਹ ਰੋਗ, ਇਹ ਸਾਰੇ ਮਿਟ ਜਾਂਦੇ ਆ ਸਾਧੂ ਦੀ ਸੰਗਤ ਦੇ ਨਾਲ। ਵਾਹਿਗੁਰੂ। ਇੱਕ ਸੈਕਿੰਡ ਦੀ ਬੈਟਰੀ ਗਈ। ਸਾਧ ਸੰਗ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਬਸ ਇਹੀ ਸੰਜੋਗ ਹੈ, ਸਭ ਤੋਂ ਚੰਗਾ ਜੋਗ ਹੈ ਭਾਈ, ਜਿਹਨੂੰ ਇਹ ਸਾਧ ਮਿਲ ਗਏ, ਜਿਹਨੂੰ ਸਾਧ ਭੇਟ ਗਏ, ਜਿਹਦੇ ਅੰਦਰ ਆ ਚੇਂਜਸ ਆ ਗਏ, ਉਹ ਸਮਝ ਲਓ ਭਾਈ ਉਹ ਤਾਂ ਬਹੁਤ ਹੀ ਉਹਦੇ ਤਾਂ ਭਾਗ ਖੁੱਲ੍ਹ ਗਏ। ਆਖਰੀ ਬੰਦ ਆ ਗਿਆ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ। ਕਹਿੰਦੇ ਸਾਧੂ ਦੀ ਮਹਿਮਾ ਇਹ ਜਿਹੜੇ ਹੈਗੇ ਆ, ਇਹ ਤਿੰਨ ਜਿਹੜੇ ਹੈਗੇ ਤਮੋ ਰਜੋ ਸਤੋ, ਤਿੰਨ ਗੁਣਾਂ ਦੇ ਵਿੱਚ ਜਿਹੜਾ ਗਿਆਨ ਹੈਗਾ ਭਾਈ, ਇਹ ਗਿਆਨ ਤਿੰਨ ਗੁਣਾਂ ਦੇ ਵਿੱਚ ਹੈ। ਜਿਹੜਾ ਵੀ ਦੁਨੀਆ ਦੇ ਸਾਰਾ ਗਿਆਨ, ਭਾਵੇਂ ਬ੍ਰਹਮ ਗਿਆਨ ਹੈ, ਤਿੰਨ ਗੁਣਾਂ ਦੇ ਵਿੱਚ ਹੈਗਾ। ਕਹਿੰਦੇ ਇਹਦੇ ਵਿੱਚ ਨਹੀਂ, ਅੱਖਰਾਂ ਦੇ ਵਿੱਚ ਜਿਹੜਾ ਸਾਧੂ ਦੀ ਮਹਿਮਾ ਨਹੀਂ ਦੱਸੀ ਜਾ ਸਕਦੀ। ਹੁਣ ਆ ਦੇਖੋ, ਮਹਾਰਾਜ ਨੇ ਸਾਧੂ ਦੀ ਮਹਿਮਾ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਹਿੰਦੇ ਨਹੀਂ ਭਾਈ, ਅੱਖਰਾਂ ਦੇ ਵਿੱਚ ਨਹੀਂ ਦੱਸੀ ਜਾ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਜਿੰਨਾ ਕੁ ਸੁਣਦੇ ਆ ਉਹਨਾਂ ਕੁ ਬਖਿਆਨ ਕਰ ਦਿੰਦੇ ਆ। ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਕਹਿੰਦੇ ਤਿੰਨ ਗੁਣਾਂ ਤੋਂ ਉੱਪਰ ਆ ਭਾਈ ਸਾਧੂ ਦੀ ਉਪਮਾ। ਸਾਧ ਕੀ ਉਪਮਾ ਰਹੀ ਭਰਪੂਰ। ਸਾਧੂ ਦੀ ਉਪਮਾ ਤਾਂ ਉਸ ਭਰਪੂਰ ਦੇ, ਜਿਹੜਾ ਭਰਪੂਰ ਆ, ਹਰ ਜਗ੍ਹਾ ਤੇ ਅਵੇਲੇਬਲ ਹੈਗਾ, ਉਹਦੇ ਵਿੱਚ ਹੈ ਸਾਧੂ ਦੀ ਮਹਿਮਾ ਭਾਈ। ਸਾਧ ਕੀ ਮਹਿਮਾ, ਸਾਧ ਕੀ ਉਪਮਾ ਰਹੀ ਭਰਪੂਰ। ਉਹ ਮਾਲਕ ਪਰਮਾਤਮਾ ਦੀ ਕੀ ਮਹਿਮਾ ਕਰ ਸਕਦੇ ਹਾਂ ਆਪਾਂ। ਸਾਧ ਕੀ ਸ਼ੋਭਾ ਕਾ ਨਾਹੀ ਅੰਤ। ਸਾਧੂ ਦੀ ਸ਼ੋਭਾ ਦਾ ਅੰਤ ਨਹੀਂ ਹੈਗਾ। ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧੂ ਦੀ ਸ਼ੋਭਾ ਤਾਂ ਭਾਈ ਅੰਤ ਕਿਹਦਾ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ ਹੈ। ਬੇਅੰਤ ਕੌਣ ਹੈ? ਉਹ ਮਾਲਕ ਪਰਮਾਤਮਾ। ਸਾਧੂ ਦੀ ਸ਼ੋਭਾ ਵੀ ਪਾਏ, ਮਾਲਕ ਪਰਮਾਤਮਾ ਦੀ ਸ਼ੋਭਾ ਹੈ, ਇੱਕ ਮਿਕ ਹੋ ਗਏ ਦੋਨੋਂ। ਸਾਧ ਕੀ ਸ਼ੋਭਾ ਉੱਚ ਤੇ ਉੱਚੀ, ਉੱਚੇ ਤੋਂ ਉੱਚੀ ਹੈ ਭਾਈ ਸਾਧੂ ਦੀ ਸ਼ੋਭਾ। ਉਹ ਮਾਲਕ ਸਭ ਤੋਂ ਉੱਚਾ ਹੈਗਾ। ਸਾਧ ਕੀ ਸ਼ੋਭਾ ਉੱਚ ਤੇ ਉੱਚੀ, ਸਾਧ ਕੀ ਸ਼ੋਭਾ ਮੂਛ ਤੇ ਮੂਚੀ। ਵੱਡੀ ਤੋਂ ਵੱਡੀ ਹੈ ਸਾਧੂ ਦੀ ਸ਼ੋਭਾ। ਸਾਧ ਕੀ ਸ਼ੋਭਾ ਸਾਧ ਬਣਿਆਈ ਭਾਈ। ਸਾਧੂ ਦੀ ਸ਼ੋਭਾ ਸਾਧ ਨੂੰ ਹੀ ਬਣਿਆਈ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਪਰਮਾਤਮਾ ਦੇ ਵਿੱਚ ਤੇ ਸਾਧੂ ਦੇ ਵਿੱਚ ਭੇਦ ਨਹੀਂ ਹੈ ਭਾਈ, ਅਭੇਦ ਹੈਗੇ। ਹਾਂ ਦੇਖ ਲਓ ਭਾਈ, ਆਹ ਹੈਗੀ ਵੀ ਜੇ ਆਪਾਂ ਸਾਧੂ ਦੀ ਸੰਗਤ ਕੀਤੀ ਹੈ ਤੇ ਆਹ ਚੇਂਜਸ ਲਾਜ਼ਮੀ ਆਉਣੇ ਚਾਹੀਦੇ ਆ। ਨਹੀਂ ਆ ਰਹੇ, ਇਹਦਾ ਮਤਲਬ ਸੰਗਤ ਨਹੀਂ ਕਰ ਰਹੇ ਆਪਾਂ। ਬਸ ਇੰਨਾ ਕੁ ਕਹਿ ਸਕਦੇ ਹਾਂ ਆਪਾਂ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਬ੍ਰਹਮ ਗਿਆਨੀਆਂ ਦੀ, ਜਿਹਨੂੰ ਬ੍ਰਹਮ ਗਿਆਨ ਹੈ ਭਾਈ, ਉਹਨਾਂ ਦੇ ਲੱਛਣ ਦੱਸ ਰਹੇ ਮਹਾਰਾਜ। ਇਹ ਡੈਫੀਨੇਸ਼ਨ ਆ ਰਹੀਆਂ, ਸਾਧੂ ਦੀ ਡੈਫੀਨੇਸ਼ਨ ਦੱਸੀ ਹੈ, ਹੁਣ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੱਸ ਰਹੇ। ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਭਾਈ, ਉਹਨਾਂ ਦੀ ਡੈਫੀਨੇਸ਼ਨ ਦੱਸ ਰਹੇ ਮਹਾਰਾਜ। ਮਨ ਦੇ ਵਿੱਚ ਸੱਚਾ ਉਹ ਮਾਲਕ ਪਰਮਾਤਮਾ, ਮੁਖ ਦੇ ਵਿੱਚ ਅੰਦਰੋਂ ਬਾਹਰੋਂ ਇੱਕ ਉਹੀ ਮਾਲਕ ਪਰਮਾਤਮਾ। ਉਸ ਤੋਂ ਇਲਾਵਾ ਹੋਰ ਕੁਛ ਨਹੀਂ ਦੇਖਦੇ। ਸਾਰੇ ਜੋ ਵੀ ਜਿੱਤੇ ਜੋ ਕੁਛ ਦਿਸਦਾ ਹੈ ਉਹਨਾਂ ਨੂੰ, ਉਹ ਮਾਲਕ ਪਰਮਾਤਮਾ, ਉਹ ਬ੍ਰਹਮ ਹੀ ਦਿਸਦਾ ਹੈ ਉਹਨਾਂ ਨੂੰ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਨੂੰ ਕਹਿ ਸਕਦੇ ਹਾਂ ਆਪਾਂ ਭਾਈ, ਇਹ ਬ੍ਰਹਮ ਗਿਆਨ ਹੋ ਗਿਆ ਇਹਨੂੰ। ਆਹ ਲੱਛਣ ਜਿਹਦੇ ਵਿੱਚ ਆ, ਜਿਹਦੇ ਮਨ ਦੇ ਵਿੱਚ ਇੱਕ ਹੈ, ਜੋ ਇੱਕ ਹੈ, ਜਿਹਦੇ ਮੁਖ ਦੇ ਵਿੱਚ ਇੱਕ ਹੈਗਾ, ਉਹ ਮਾਲਕ ਪਰਮਾਤਮਾ, ਜਿਹੜਾ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੁਛ ਨਹੀਂ ਦੇਖ ਰਿਹਾ, ਕਿਸੇ ਨੂੰ ਜਿਹੜਾ ਹੈਗਾ, ਕਿਸੇ ਦੇ ਅਵਗੁਣ ਨਹੀਂ ਫੋਲ ਰਿਹਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆਹ ਲੱਛਣ ਆ ਭਾਈ ਬ੍ਰਹਮ ਗਿਆਨੀ ਦੇ। ਇਹ ਸ਼ਲੋਕ ਹੁਣ ਇਹਦਾ ਜਿਹੜਾ ਵਿਸਤਾਰ ਹੋਏਗਾ ਅਸ਼ਟਪਦੀ ਦੇ ਵਿੱਚ। ਪੂਰਾ ਬ੍ਰਹਮ ਗਿਆਨੀ ਦੇ ਬਾਰੇ ਮਹਾਰਾਜ ਦੱਸਣਗੇ ਭਾਈ।
ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਜਿਹਨੂੰ ਬ੍ਰਹਮ ਗਿਆਨ ਹੋ ਗਿਆ ਉਹ ਮਾਇਆ ਦੇ ਵਿੱਚ ਨਹੀਂ ਰਹੇਗਾ, ਕਮਲ ਵਾਂਗੂ ਉੱਪਰ ਰਹੇਗਾ ਭਾਈ, ਰਹੇਗਾ ਮਾਇਆ ਦੇ ਵਿੱਚ ਹੀ ਹੈਗਾ, ਰਹਿਣਾ ਉਹਨੇ ਸਾਰਿਆਂ ਦੇ ਵਿੱਚ ਹੈਗਾ। ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਛ ਉਹਦੇ ਸਾਹਮਣੇ ਹੈ, ਨੈਗੇਟਿਵਿਟੀ ਪੋਜ਼ਿਟਿਵਿਟੀ, ਪਰ ਉਹਨੇ ਜਿਹੜਾ ਹੈਗਾ ਉੱਪਰ ਰਹਿਣਾ ਹੈ, ਉਹਨੇ ਨਹੀਂ ਉਹਦਾ ਅਸਰ ਲੈਣਾ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਜਿਸ ਤਰ੍ਹਾਂ ਕਮਲ ਜਿਹੜਾ ਹੈਗਾ ਅਲਿਪਤ ਹੈ ਪਾਣੀ ਤੋਂ, ਚਿੱਕੜ ਦੇ ਵਿੱਚ ਹੈਗਾ, ਪਰ ਚਿੱਕੜ ਤੋਂ ਦੇਖ ਲਓ ਕਿੰਨਾ ਸੋਹਣਾ, ਕਿੰਨੀ ਖੁਸ਼ਬੂਦਾਰ ਹੈ ਕਮਲ। ਬ੍ਰਹਮ ਗਿਆਨੀ ਸਦਾ ਨਿਰਦੋਖ, ਹਮੇਸ਼ਾ ਜਿਹੜਾ ਹੈਗਾ ਨਿਰਦੋਖ ਹੈਗਾ ਬ੍ਰਹਮ ਗਿਆਨੀ। ਉਹਨੂੰ ਕਿਸੇ ਦੇ ਨਾਲ ਕੋਈ ਖੁੰਦਕ, ਕੋਈ ਵੈਰ ਵਿਰੋਧ ਨਹੀਂ ਹੈਗਾ ਉਹਦੇ ਅੰਦਰ, ਨਿਰਦੋਖ ਹੈਗਾ ਉਹ ਬ੍ਰਹਮ ਗਿਆਨੀ ਸਦਾ ਨਿਰਦੋਖ। ਉਹਨੇ ਜਿਹੜਾ ਜਿਹਦੇ ਨਾਲ ਵੀ, ਜਿਹਨੂੰ ਵੀ, ਜਿਹੜਾ ਵੀ ਉਹਦੇ ਸੰਗਤ 'ਚ ਆਏਗਾ ਉਹਦਾ ਉਹਨੇ ਫਾਇਦਾ ਕਰ ਦੇਣਾ, ਉਹਨੂੰ ਕੋਈ ਉਹਦੇ ਨੈਗੇਟਿਵਿਟੀ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਜਿਸ ਤਰ੍ਹਾਂ ਸੂਰਜ ਹੈਗਾ ਭਾਈ, ਸੂਰਜ ਕੀ ਕਰਦਾ ਹੈ? ਸੂਰਜ ਦੇ ਅੱਗੇ ਕੁਛ ਵੀ ਲੈ ਜਾਓ, ਗੰਦਗੀ ਲੈ ਜਾਓ, ਟੱਟੀ ਪਿਸ਼ਾਬ ਜੋ ਮਰਜ਼ੀ ਲੈ ਜਾਓ, ਸੂਰਜ ਦੇ ਉਹਨੇ ਸੁਕਾ ਦੇਣਾ ਹੈ, ਉਹਦੇ ਅੰਦਰੋਂ ਗੰਦਗੀ ਦੂਰ ਕਰ ਦੇਣੀ ਹੈ, ਉਹਦੀ ਮੈਲ ਦੂਰ ਕਰ ਦੇਣੀ ਹੈ ਸੂਰਜ ਨੇ। ਐਸੇ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਹੈਗਾ ਭਾਈ। ਬ੍ਰਹਮ ਗਿਆਨੀ ਨੇ ਜਿਹੜਾ ਹੈਗਾ ਸਾਹਮਣੇ ਵਾਲੇ ਨੂੰ ਫਾਇਦਾ ਕਰਨਾ ਹੀ ਕਰਨਾ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਮਾੜਾ ਨਹੀਂ ਹੈ, ਕੋਈ ਚੰਗਾ ਨਹੀਂ, ਸਾਰੇ ਸਮਾਨ ਹੈਗੇ ਭਾਈ, ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਦੇਖ ਰਿਹਾ, ਮਾਲਕ ਦੀ ਖੇਡ ਹੈਗੀ। ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਨ। ਪਵਨ ਕਹਿੰਦੇ ਪਵਨ, ਹੁਣ ਹਵਾ ਥੋੜ੍ਹੀ ਨਾ ਦੇਖਦੀ ਹੈ, ਰਾਜਾ ਹੈਗਾ, ਇਹਨੂੰ ਮੈਂ ਜ਼ਿਆਦਾ ਜਿਹੜਾ ਹੈ ਇਹਦੇ ਨਾਲ ਜ਼ਿਆਦਾ ਜਿਹੜਾ ਹੈਗਾ ਇਹਨੂੰ ਦੇਵਾਂ, ਅਤੇ ਜਿਹੜਾ ਭਿਖਾਰੀ ਹੈਗਾ ਇਹਨੂੰ ਮੈਂ ਘੱਟ ਦੇਵਾਂ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰਜ ਏਕ। ਉਹਦੇ ਤਾਂ ਹਮੇਸ਼ਾ ਧੀਰਜ ਰਹਿੰਦਾ ਹੈ, ਸੰਤੋਖ ਦੇ ਵਿੱਚ ਰਹਿੰਦਾ ਹੈ ਬ੍ਰਹਮ ਗਿਆਨੀ। ਜਿਉਂ ਬਸੁਦਾ ਕੋ ਖੋਦੇ ਕੋ ਚੰਦਨ ਲੇਪ। ਜਿਵੇਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਧਰਤੀ ਨੂੰ ਕੋਈ ਖੋਦਦਾ ਹੈ, ਭਾਵੇਂ ਧਰਤੀ ਦੇ ਉੱਤੇ ਚੰਦਨ ਦਾ ਲੇਪਨ ਕਰਦੇ, ਧਰਤੀ ਥੋੜ੍ਹੀ ਨਾ ਕੁਛ ਕਹਿੰਦੀ ਹੈ ਭਾਈ। ਉਵੇਂ ਦਾ ਬ੍ਰਹਮ ਗਿਆਨੀ ਹੈ, ਧੀਰਜ ਹੈ ਉਹਨੂੰ, ਭਾਵੇਂ ਜੋ ਮਰਜ਼ੀ ਹੋ ਜਾਏ ਧੀਰਜ ਦੇ ਵਿੱਚ ਆਓ, ਸੰਤੋਖ ਹੈ ਉਹਨੂੰ। ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਕੋਈ ਖੋਦਦਾ, ਕੋਈ ਮਿੱਟੀ ਭਾਵੇਂ ਉਹਦੇ 'ਚ ਕਈਆਂ ਮਾਰੇ, ਗਿਣਤੀਆਂ ਮਾਰ ਮਾਰ ਕੇ ਪੱਟ ਦੇ, ਧਰਤੀ ਥੋੜ੍ਹੀ ਨਾ ਕੁਛ ਕਹਿੰਦੀ ਹੈ, ਭਾਵੇਂ ਚੰਦਨ ਦਾ ਲੇਪਨ ਕਰਦੇ। ਬ੍ਰਹਮ ਗਿਆਨੀ ਕਾ ਇਹ ਗੁਨਾਓ। ਆਹ ਗੁਣ ਆ ਭਾਈ ਬ੍ਰਹਮ ਗਿਆਨੀ ਦਾ। ਜਿਉਂ ਭਾਵ ਨਾਨਕ ਜਿਉਂ ਭਾਵਕ ਕਾ ਸਹਿਜ ਸੁਭਾਓ। ਜਿਵੇਂ ਅੱਗ ਹੈਗੀ, ਅੱਗ ਨੇ ਕੀ ਕਰਨਾ ਹੈ? ਮੈਲ ਦੂਰ ਕਰ ਦੇਣੀ ਹੈ, ਤਪਾ ਕੇ ਮੈਲ ਦੂਰ ਕਰ ਦੇਣੀ ਹੈ। ਇਸੇ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਦਾ ਆਹੀ ਗੁਣ ਆ ਬ੍ਰਹਮ ਗਿਆਨੀ ਦੇ ਕੋਲ, ਉਹਨੇ ਮੈਲ ਦੂਰ ਕਰਨੀ ਹੈ ਬ੍ਰਹਮ ਗਿਆਨੀ ਨੇ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਕਹਿੰਦੇ ਨਿਰਮਲ ਤੋਂ ਵੀ ਨਿਰਮਲ ਆ ਭਾਈ ਬ੍ਰਹਮ ਗਿਆਨੀ। ਜੈਸੇ ਮੈਲ ਨਾ ਲਾਗੇ ਚਲਾ। ਜਿਵੇਂ ਪਾਣੀ ਨੂੰ ਮੈਲ ਥੋੜ੍ਹੀ ਨਾ ਲੱਗਦੀ ਹੈ, ਪਾਣੀ ਤਾਂ ਮੈਲ ਕੱਟਦਾ ਹੈ, ਮਿੱਟੀ ਜਿਹੜੀ ਹੈ ਬਹਿ ਜਾਂਦੀ ਹੈ, ਵਾਪਸ ਪਾਣੀ ਨਿਰਮਲ ਹੋ ਜਾਂਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨੇ ਹੋਏ ਪ੍ਰਕਾਸ਼। ਬ੍ਰਹਮ ਗਿਆਨੀ ਦੇ ਮਨ ਦੇ ਉੱਤੇ ਤਾਂ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਦੇ ਅੰਦਰ ਕੋਈ ਕਾਲਕ, ਕੋਈ ਹਨੇਰਾ ਰਹਿੰਦਾ ਹੀ ਨਹੀਂ, ਅਗਿਆਨਤਾ ਰਹਿੰਦੀ ਨਹੀਂ ਹੈ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਤਾਰੂ ਪਰ ਆਕਾਸ਼। ਜਿਵੇਂ ਧਰਤੀ ਦੇ ਉੱਤੇ ਆਕਾਸ਼ ਹੈਗਾ, ਇਸ ਤਰ੍ਹਾਂ ਉਹਦੇ ਅੰਦਰ ਜਿਹੜਾ ਹੈਗਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਦੇ ਮਿੱਤਰ ਤੇ ਸ਼ਤਰੂ ਇੱਕ ਬਰੋਬਰ ਹੈਗੇ। ਬ੍ਰਹਮ ਗਿਆਨੀ ਕਾ ਨਾਹੀਂ ਅਭਿਮਾਨ। ਉਹਦੇ ਅੰਦਰ ਹੰਕਾਰ ਨਹੀਂ ਹੁੰਦਾ ਬ੍ਰਹਮ ਗਿਆਨੀ ਦੇ ਅੰਦਰ। ਬ੍ਰਹਮ ਗਿਆਨੀ ਉੱਚ ਤੇ ਉੱਚਾ। ਬ੍ਰਹਮ ਗਿਆਨੀ ਉੱਚੇ ਤੋਂ ਉੱਚਾ ਹੈਗਾ ਭਾਈ, ਉਹ ਮਾਲਕ ਪਰਮਾਤਮਾ ਵਰਗਾ ਹੈਗਾ। ਮਨੇ ਆਪਣੇ ਹੈ ਸਭ ਤੇ ਨੀਚਾ। ਔਰ ਦੇਖੋ ਅਗਲੀ ਗੱਲ ਕੀ ਕਹਿ ਰਹੇ ਮਹਾਰਾਜ, ਉੱਚੇ ਤੋਂ ਉੱਚਾ ਹੁੰਦਾ ਹੋਏ ਵੀ ਸਾਰਿਆਂ ਤੋਂ ਆਪਣੇ ਮਨ ਨੂੰ ਨੀਵਾਂ ਰੱਖਦਾ ਹੈ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨੇ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਾਏ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਉਹੀ ਹੁੰਦੇ ਆ ਭਾਈ, ਉਹ ਹੁੰਦੇ ਜਾਨੀ ਆ ਜਿਹੜੇ
ਜਨਾਂ ਤੋਂ ਹੀ ਹੋਣਾ ਹੈ, ਮਨੁੱਖਾਂ ਨੇ ਹੀ ਹੋਣਾ ਹੈ। ਆਪਾਂ ਹੀ ਜਿਹੜੇ ਹੈਗੇ ਜਿਹੜੇ ਇਸ ਪਾਸੇ ਜਿਹੜੀ ਹੈਗੀ ਆ ਸਾਧੂਆਂ ਦੀ ਸੰਗਤ ਕਰਨਗੇ ਤੇ ਬ੍ਰਹਮ ਗਿਆਨੀ ਹੋ ਜਾਣਗੇ। ਬ੍ਰਹਮ ਗਿਆਨੀ ਸੇ ਜਨ ਪਾਏ ਨਾਨਕ ਜਿਨ ਪ੍ਰਭ ਆਪ ਕਰੇ। ਮਾਲਕ ਪਰਮਾਤਮਾ ਦੀ ਮਿਹਰ ਆ ਪਾਏ। ਉਹਨੇ ਇਸੇ ਵਾਸਤੇ ਖੇਡ ਸਾਰੀ ਦੀ ਸਾਰੀ ਇਹ ਜਿਹੜਾ ਹੈਗਾ ਸਾਜਨਾ ਕੀਤੀ ਹੈ ਸ੍ਰਿਸ਼ਟੀ ਦੀ। ਮਾਲਕ ਨੇ ਕਰਨਾ ਹੈ ਪਾਏ, ਦਾਤ ਮਾਲਕ ਨੇ ਦੇਣੀ ਆ ਔਰ ਦੇਣੀ ਇਸ ਤਰੀਕੇ ਦੇ ਨਾਲ ਆ, ਸਾਧੂਆਂ ਦੀ ਸੰਗਤ ਦੇ ਨਾਲ। ਬ੍ਰਹਮ ਗਿਆਨੀ ਸਗਲ ਸ੍ਰਿਸ਼ਟ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ, ਸਗਲ ਕੀ ਰੀਨਾ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਸਾਰਿਆਂ ਦੀ ਰੇਣ ਹੋ ਕੇ ਰਹਿੰਦੇ ਆ ਭਾਈ, ਜਤਾਉਂਦੇ ਨਹੀਂ ਹੈਗੇ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਉਹਨਾਂ ਨੇ ਕੀ ਕੀਤਾ? ਆਤਮ ਰਸ ਅੰਮ੍ਰਿਤ ਰਸ ਚੀਨ ਲਿਆ ਉਹਨਾਂ ਨੇ, ਉਹ ਲੱਭ ਲਿਆ ਜਿਹੜਾ ਹੈ ਦੇਹੀ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਅੰਦਰ ਵੜ ਕੇ ਉਹਨਾਂ ਨੇ ਖੋਜ ਲਿਆ ਉਹ ਅੰਮ੍ਰਿਤ ਰਸ, ਆਤਮ ਰਸ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਸਾਰਿਆਂ ਦੇ ਉੱਤੇ ਮਿਹਰ ਕਰਦੇ, ਸਾਰਿਆਂ ਦੇ ਉੱਤੇ ਸਾਰਿਆਂ ਦਾ ਭਲਾ ਸੋਚਦੇ ਆ। ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ, ਕਦੀ ਵੀ ਉਹਨਾਂ ਤੋਂ ਕੋਈ ਬੁਰਾ ਨਹੀਂ ਹੁੰਦਾ, ਕਿਸੇ ਦਾ ਮਾੜਾ ਨਹੀਂ ਕਰਦੇ ਉਹ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਹਮੇਸ਼ਾ ਸਮਦਰਸੀ ਹੈ, ਇੱਕ ਨਜ਼ਰ ਨਾਲ ਸਾਰਿਆਂ ਨੂੰ ਦੇਖਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੈ ਪਾਏ। ਜਿਹੜਾ ਵੀ ਸੰਗਤ ਕਰੂਗਾ ਉਹਨੂੰ ਵੀ ਜਿਹੜਾ ਹੈਗਾ ਇਸ ਪਾਸੇ ਲਾ ਦੂਗੇ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਇਹ ਜਿਹੜੇ ਮਾਲਕ ਨੇ ਬੰਧਨ ਪਾਏ, ਮਾਇਆ ਦੇ ਬੰਧਨ ਜਿਹੜੇ ਹੈਗੇ, ਮੋਹ ਦੀਆਂ ਤਾਰਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਮੁਕਤ ਹੈਗਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਦੀ ਜੁਗਤੀ ਨਿਰਮਲ ਹੈਗੀ, ਨਿਰਮਲ ਕਰਨ ਵਾਲੀ ਹੈਗੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀਆਂ ਦਾ ਭੋਜਨ ਕੀ ਹੈ? ਗਿਆਨ। ਪ੍ਰੈਕਟੀਕਲ ਕਰਦੇ ਆ ਔਰ ਗਿਆਨ ਲੈਂਦੇ ਆ, ਭੋਜਨ ਖਾਂਦੇ ਆ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਦਾ ਧਿਆਨ ਉਸ ਬ੍ਰਹਮ ਦੇ ਨਾਲ, ਪਰਮਾਤਮਾ ਦੇ ਨਾਲ, ਉਹਦੇ ਵਿੱਚ ਧਿਆਨ ਹੁੰਦਾ ਹੈ ਉਹਨਾਂ ਦਾ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਦੀ ਆਸ ਇੱਕ ਉਸ ਮਾਲਕ ਪਰਮਾਤਮਾ ਤੇ ਹੁੰਦੀ ਹੈ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਔਰ ਬ੍ਰਹਮ ਗਿਆਨੀ ਦਾ ਵਿਨਾਸ਼ ਹੋ ਹੀ ਨਹੀਂ ਸਕਦਾ ਭਾਈ, ਉਹ ਤਾਂ ਉੱਪਰ ਹੋ ਗਏ, ਇਹ ਮਾਇਆ ਦੀ ਸਰੀਰ ਦੀ ਪਕੜ ਤੋਂ ਆਜ਼ਾਦ, ਪ੍ਰਕਿਰਤੀ ਤੋਂ ਪਰੇ, ਉਹ ਜਨਮ ਮਰਨ ਦੇ ਗੇੜੇ ਤੋਂ ਪਰੇ। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਅੰਦਰ, ਮਨ ਦੇ ਅੰਦਰ ਗਰੀਬੀ ਹੁੰਦੀ ਹੈ, ਆਪਣੇ ਆਪ ਨੂੰ ਗਰੀਬ ਸਮਝਦੇ ਆ। ਹਾਲਾਂਕਿ ਸਾਰਾ ਜਿਹੜਾ ਹੈਗਾ ਕੋਟ ਲਾਖ ਸਰਬ ਕੋ ਰਾਜਾ ਜਿਸ ਸਿਰ ਦੇ ਨਾਮ ਤੁਮਾਰਾ, ਆਪਣੇ ਆਪ ਨੂੰ ਬਿਲਕੁਲ ਡਾਊਨ ਟੂ ਦੀ ਅਰਥ ਰੱਖਦੇ ਆ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਪਰਉਪਕਾਰ ਦੂਸਰੇ ਦਾ ਫਾਇਦਾ ਕਰਨ ਵਾਸਤੇ, ਬ੍ਰਹਮ ਗਿਆਨੀ ਦੂਸਰੇ ਦੀ ਤਕਲੀਫ ਦੂਰ ਕਰਨ ਵਾਸਤੇ ਹਮੇਸ਼ਾ ਹੀ ਉਹਨਾਂ ਦੇ ਅੰਦਰ ਉਤਸ਼ਾਹ ਹੁੰਦਾ। ਬ੍ਰਹਮ ਗਿਆਨੀ ਕੇ ਨਾਹੀ ਧੰਦਾ, ਬ੍ਰਹਮ ਗਿਆਨੀ ਜਿਹੜੇ ਹੈਗੇ ਇਹ ਮਾਇਆ ਦੇ ਧੰਦੇ ਜਿਹੜੇ ਹੈਗੇ, ਮਾਇਆ ਧਨ ਦੌਲਤ ਜਿਹੜੀ ਹੈਗੀ, ਇਹ ਜਿਹੜੀ ਇੱਥੇ ਹੀ ਰਹਿਣ ਵਾਲੀ ਹੈਗੀ ਆ, ਇਹਦੇ ਵਿੱਚ ਜੋ ਮਾਲਕ ਨੇ ਚੋਗਾ ਪਾਇਆ, ਇਹਦੇ ਵਿੱਚ ਜਿਹੜਾ ਚੋਗੇ ਦੇ ਵਿੱਚ ਨਹੀਂ ਜਿਹੜੇ ਹੈਗੇ ਚੋਗੇ ਦੇ ਵਿੱਚ ਜਾਂਦੇ ਪਾਏ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਕਿਉਂਕਿ ਉਹਨਾਂ ਨੇ ਬ੍ਰਹਮ ਗਿਆਨੀਆਂ ਨੇ ਆਪਣੇ ਮਨ ਨੂੰ ਬੰਨ੍ਹ ਲਿਆ ਆ, ਦੌੜਨ ਵਾਲੇ ਮਨ ਨੂੰ ਚੰਗੀ ਤਰ੍ਹਾਂ ਬੰਨ੍ਹ ਲਿਆ ਆ ਪਾਏ ਧਿਆਨ ਸਿਮਰਨ ਦੇ ਦੁਆਰਾ। ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਕਹਿੰਦੇ ਬ੍ਰਹਮ ਗਿਆਨੀ ਦੇ ਜੋ ਵੀ ਹੋ ਰਿਹਾ ਆ, ਉਹ ਜੋ ਮਾਲਕ ਕਰ ਰਿਹਾ ਹੈ ਉਹ ਭਲਾ ਆ, ਬਸ ਉਹ ਮਾਲਕ ਦੇ ਭਾਣਾ ਹੈਗਾ, ਉਹ ਉਹਦੇ ਵਾਸਤੇ, ਬ੍ਰਹਮ ਗਿਆਨੀ ਦੇ ਵਾਸਤੇ ਜੋ ਮਾਲਕ ਕਰ ਰਿਹਾ ਆ ਉਹ ਭਲਾ ਹੈਗਾ। ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਜਿਹੜਾ ਹੈਗਾ ਪੂਰੀ ਤਰ੍ਹਾਂ ਉਹਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ, ਉਹ ਅੰਮ੍ਰਿਤ ਫਲ ਲੈ ਲੈਂਦਾ ਹੈ। ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਜਿਹੜਾ ਵੀ ਬ੍ਰਹਮ ਗਿਆਨੀ ਦੀ ਸੰਗਤ ਕਰੂਗਾ ਭਾਈ ਉਹਦਾ ਉਦਾਰ ਹੋਣਾ ਹੀ ਹੋਣਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਸਾਰਾ ਸੰਸਾਰ ਦੇਖ ਲਓ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਦੁਆਰਾ ਹੀ ਜਿਹੜਾ ਹੈਗਾ ਇਹ ਧਿਆਨ ਸਿਮਰਨ ਜਿਹੜਾ ਹੈਗਾ, ਜਿਹੜੇ ਇੱਲੇ ਵਾਲੇ ਰਸਤੇ 'ਤੇ ਜਿਹੜੇ ਹੈਗੇ ਆ
ਭਗਤੀ ਮਾਰਗ, ਪ੍ਰੇਮਾ ਭਗਤੀ ਮਾਰਗ ਜਿਹੜਾ ਹੈਗਾ, ਇਹ ਸਾਰੇ ਸੰਸਾਰ ਨੂੰ ਜਿਹੜਾ ਹੈ ਬ੍ਰਹਮ ਗਿਆਨੀਆਂ ਦੇ ਦੁਆਰਾ ਹੀ ਮਿਲਦਾ ਹੈ ਭਾਈ। ਇਹ ਰਸਤਾ ਬ੍ਰਹਮ ਗਿਆਨੀਆਂ ਦੇ ਦੁਆਰਾ ਹੀ ਪਤਾ ਲੱਗਦਾ ਹੈ। ਸਾਰਾ ਸੰਸਾਰ, ਜਿੰਨੇ ਵੀ ਜੀਵ ਜਿਹੜੇ ਭਗਤੀ ਕਰਨ ਇਸ ਪਾਸੇ ਸ਼ਿਫਟ ਹੋਣਾ ਚਾਹੁੰਦੇ ਆ, ਉਹ ਹੋ ਜਾਂਦੇ ਆ, ਉਹ ਬ੍ਰਹਮ ਗਿਆਨੀ ਦੀ ਸੰਗਤ ਦੇ ਦੁਆਰਾ ਹੀ ਹੁੰਦੇ ਆ। ਬ੍ਰਹਮ ਗਿਆਨੀ ਕੇ ਇੱਕ ਹੈ ਰੰਗ, ਬ੍ਰਹਮ ਗਿਆਨੀ ਦੇ ਇੱਕੋ ਹੀ ਮਾਲਕ ਪਰਮਾਤਮਾ ਦਾ ਰੰਗ ਹੁੰਦਾ ਹੈ ਚੜਿਆ, ਭਗਤੀ ਦਾ ਰੰਗ। ਬ੍ਰਹਮ ਗਿਆਨੀ ਕਾ ਬਸ ਹੈ ਪ੍ਰਭ ਸੰਗ, ਬ੍ਰਹਮ ਗਿਆਨੀ ਦੇ ਨਾਲ ਮਾਲਕ ਪਰਮਾਤਮਾ ਅੰਗ ਸੰਗ ਵਸਦਾ ਹੈ, ਬ੍ਰਹਮ ਗਿਆਨੀ ਦੇ ਪ੍ਰਗਟ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀਆਂ ਦੇ ਕੀ ਆਧਾਰ ਹੈ ਉਹਨਾਂ ਦਾ ਜੀਵਨ ਦਾ? ਨਾਮ। ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਦੇ ਨਾਮ ਹੀ ਪਰਿਵਾਰ ਆ ਭਾਈ। ਬ੍ਰਹਮ ਗਿਆਨੀ ਦੇ ਨਾਮ ਦੇ ਨਾਲ ਹੀ ਉਹ ਖੁਸ਼ ਆਪਣੇ ਅੰਦਰ ਹੀ ਬੜੇ ਰਹਿੰਦੇ। ਬ੍ਰਹਮ ਗਿਆਨੀ ਕੇ ਨਾਮ ਆਧਾਰ, ब्रह्म ज्ञानी का नाम परिवार। ब्रह्म ज्ञानी सदा सद जागत, ब्रह्म ज्ञानी हमेशा जागते रहते हैं भाई। प्रभ की उस्तत करो संत मीत, एक आग सावधान एकागर चीत। हमेशा जागते माया के हलियां तो। ब्रह्म ज्ञानी सदा सद जागत, ब्रह्म ज्ञानी अहंग बुद्ध त्यागत, और अपनी हौमे अहंग बुद्धि जिहड़ी हैगी उहनूं त्यागदे। ब्रह्म ज्ञानी के मन है परमानंद, ब्रह्म ज्ञानी के मन च परमानंद हुंदा है, मालक परमात्मा मन दे विच वसदा है। ब्रह्म ज्ञानी के घर सदा आनंद, हमेशा ही ब्रह्म ज्ञानी दे अंदर खेड़ा ही खेड़ा रहिंदा है। ब्रह्म ज्ञानी सुख सहज निवास, सुख दे विच सहज अवस्था दे विच निवास है ब्रह्म ज्ञानी दा। विचार नहीं हुंदे, प्रेजेंट दे विच हुंदा है, नो पास्ट नो फ्यूचर। नानक ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी जिहड़ा हैगा ਉਹਦਾ ਵਿਨਾਸ਼ नहीं ਹੁੰਦਾ, ਉਹ जन्म मरण च नहीं जाता, ਉਹ सफल हो जाता ਉਹਦਾ जन्म। छेवां बंदा आ गया ब्रह्म ज्ञानी ब्रह्म का बेटा। ब्रह्म ज्ञानी जिहड़ा हैगा ब्रह्म ਦਾ बेटा है, वक्ता ब्रह्म, ਉਹਦੇ ਕੋਲ ब्रह्म ही आऊगा, ਉਹ ਬੋਲੂਗਾ ਮਾਲਕ ਪਰਮਾਤਮਾ ਦੀ ਗੱਲ ਬੋਲੂਗਾ। ਬ੍ਰਹਮ ਗਿਆਨੀ ਬੋਲੂਗਾ ਕੋਈ ਨਾ ਕੋਈ ਉਹਦੇ ਵਿੱਚ ਨੁਕਤਾ ਹੋਊਗਾ, ਉਹ ਐਵੇਂ ਹੀ ਜਿਹੜਾ ਲੋ ਨਹੀਂ ਕਰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਦਾ ਹਿੱਤ ਜਿਹੜਾ ਹੈਗਾ ਪਿਆਰ ਉਸ ਮਾਲਕ ਪਰਮਾਤਮਾ ਦੇ ਨਾਲ। ਬ੍ਰਹਮ ਗਿਆਨੀ ਕਹ ਹੋਏ ਅਚਿੰਤ, ਕਹਿੰਦੇ ਬ੍ਰਹਮ ਗਿਆਨੀ ਹੈਗਾ ਤੇ ਉਹਦੇ ਕੋਲ ਚਿੰਤਾ ਕਿਵੇਂ ਰਹਿ ਸਕਦੀ ਹੈ? ब्रह्म ज्ञानी के होए अचिंत, ਉਹਦੇ ਕੋਲ ਤਾਂ ਅਚਿੰਤ ਹੈਗਾ, ਕੋਈ ਚਿੰਤਾ ਨਹੀਂ, ਕੋਈ ਟੈਨਸ਼ਨ ਨਹੀਂ, ਜੋ ਹੋ ਰਿਹਾ ਆ ਖੁਸ਼ ਹੈ ਉਹਦੇ ਨਾਲ। ब्रह्म ज्ञानी के होए अचिंत, ब्रह्म ज्ञानी का निर्मल मंत। ब्रह्म ज्ञानी ਦੀ ਸਿਹਤ ਜਿਹੜੀ ਹੈ ਨਿਰਮਲ ਹੈ ਭਾਈ। ब्रह्म ज्ञानी ਜੋ ਵੀ ਕਹਿੰਦੇ ਆ, ਜੋ ਵੀ ਗਾਈਡੈਂਸ ਦਿੰਦੇ ਆ, ਉਹ ਨਿਰਮਲ ਕਰਨ ਵਾਲਾ ਹੈਗਾ। ब्रह्म ज्ञानी जिस करे प्रभ आप, ब्रह्म ज्ञानी मालक परमात्मा करता है भाई। ਜਿਹੜਾ ਵੀ ਸਾਧੂ ਦੀ ਸੰਗਤ ਕਰਦੇ ਆ ਉਹ ਬ੍ਰਹਮ ਗਿਆਨੀ ਹੋ ਜਾਂਦੇ ਆ, ਉਹ ਮਾਲਕ ਕਰ ਦਿੰਦਾ। ਮਾਲਕ ਸਾਧੂ ਦੀ ਸੰਗਤ ਮਿਲ ਗਈ ਜਿਨ੍ਹਾਂ ਦੇ ਅੰਦਰ, ਜਿਹੜੇ ਪ੍ਰੇਮਾ ਭਗਤੀ ਦੇ ਧਿਆਨ ਸਿਮਰਨ ਕਰਨ ਲੱਗ ਪਏ, ਉਹਨਾਂ ਨੇ ਬ੍ਰਹਮ ਗਿਆਨੀ ਹੋ ਜਾਣਾ। ਮਾਲਕ ਪਰਮਾਤਮਾ ਨੇ ਬ੍ਰਹਮ ਗਿਆਨੀ ਕਰ ਦੇਣਾ, ਬ੍ਰਹਮ ਗਿਆਨ ਆ ਜਾਣਾ ਉਹਨਾਂ ਦੇ ਕੋਲ। ਆ ਲੱਛਣ ਸਾਰੇ ਉਹਨਾਂ ਦੇ ਅੰਦਰ ਆ ਜਾਣੇ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ का बड़ प्रताप। ब्रह्म ज्ञानी का बड़ा प्रताप है पाए। ब्रह्म ज्ञानी का दर्श बड़ भागी पाइए। ब्रह्म ज्ञानी के दर्शन हो जान किते पाए तो वड्डे भाग है अपने, बहुत वड्डे भागां दे नाल दर्शन हुंदे, संगत हुंदी है। ब्रह्म ज्ञानी को बल बल जाइए, कहते ब्रह्म ज्ञानी तो बलिहार जाइए, बाहर बाहर बलिहार जाइए। ब्रह्म ज्ञानी को खोजे महेश्वर, महेश वर्गे देवते भी जिहड़े हैगे ब्रह्म ज्ञानियां नूं खोजदे आ। नानक ब्रह्म ज्ञानी आप परमेश्वर, ब्रह्म ज्ञानी आप मालक परमात्मा का रूप हो जाता है, वो बूंद सागर दे विच चले जाती है। ब्रह्म ज्ञानी की कीमत ना है, कहते ब्रह्म ज्ञानी की कीमत नहीं पाई जा सकती पाई। ब्रह्म ज्ञानी के सगल मन माहे, ब्रह्म ज्ञानी के मन दे विच जिहड़ा हैगा सारा कुछ ਉਹਦੇ ਮਨ ਦੇ ਵਿੱਚ ਆ ਜਾਂਦਾ। ਮਾਲਕ ਪਰਮਾਤਮਾ ਉਹਦੇ ਮਨ 'ਚ ਆ ਗਿਆ,
ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਆ ਗਿਆ ਤੇ ਉਹ ਕੀ ਰਹਿ ਗਿਆ ਬ੍ਰਹਮ ਗਿਆਨੀ ਦੇ ਮਨ ਚੋਂ। ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ, ਪਰਮਾਤਮਾ ਦਾ ਭੇਦ ਕੌਣ ਜਾਣ ਸਕਦਾ ਹੈਗਾ ਇਹ, ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਕਹਿੰਦੇ ਬ੍ਰਹਮ ਗਿਆਨੀ ਦੇ ਅੱਗੇ ਤਾਂ ਹਮੇਸ਼ਾ ਨਤਮਸਤਕ ਰਹੋ, ਚੌਖੇ ਰਹੋ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੈਗਾ ਉਹਦਾ ਤਾਂ ਅੱਧਾ ਬੋਲ ਜਿਹੜਾ ਹੈਗਾ, ਕਹਿੰਦੇ ਬ੍ਰਹਮ ਗਿਆਨੀ ਦੀ ਜਿਹੜੀ ਹੈ ਉਸਤਤ ਕਰਨੀ ਜਾਂ ਵਡਿਆਈ ਕਰਨੀ ਜਾਂ ਬ੍ਰਹਮ ਗਿਆਨੀ ਦੀ ਸੋਭਾ ਕਰਨੀ ਜਾਂ ਉਹਦੇ ਗੁਣ ਗਾਉਣੇ, ਕਹਿੰਦੇ ਅੱਧਾ ਅੱਖਰ ਵੀ ਨਹੀਂ ਗਾਇਆ ਜਾ ਸਕਦਾ, ਅੱਧਾ ਅੱਖਰ ਵੀ ਨਹੀਂ ਗਾਇਆ ਜਾ ਸਕਦਾ। ब्रह्म ज्ञानी का कथया न जाए अदाखर, ब्रह्म ज्ञानी सर्व का ठाकुर। ब्रह्म ज्ञानी था वो सारे मालक परमात्मा का रूप है पाए, ਉਹਦੇ ਵਿੱਚ ਮਾਲਕ ਦੇ ਵਿੱਚ ਕੋਈ ਭੇਤ ਨਹੀਂ ਹੈਗਾ। ਬ੍ਰਹਮ ਗਿਆਨੀ ਕੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਦੀ ਕੀਮਤ ਕਹਿੰਦੇ ਕੌਣ ਬਖਾਣ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਦੀ ਗਤ ਜਿਹੜੀ ਹੈਗੀ, ਉੱਚੀ ਅਵਸਥਾ ਜਿਹੜੀ ਹੈਗੀ ਆ, ਮਹਾਨਤਾ ਜਿਹੜੀ ਹੈਗੀ, ਹਾਂਜੀ ਹਾਂ ਮਿੱਥ, ਉਹਦੀ ਮਿੱਤੀ ਜਿਹੜੀ ਹੈ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ, ਉਹਦੀ ਮਿੱਤ ਕੌਣ ਬਖਾਣ ਸਕਦਾ ਹੈ ਭਾਈ, ਕੌਣ ਦੱਸ ਸਕਦਾ ਹੈ ਬ੍ਰਹਮ ਗਿਆਨੀ ਦੇ ਬਾਰੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਦੀ ਗਤ ਜਿਹੜੀ ਉੱਚੀ ਅਵਸਥਾ ਬ੍ਰਹਮ ਗਿਆਨੀ ਹੀ ਜਾਣਦੇ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਜਿਵੇਂ ਮਾਲਕ ਪਰਮਾਤਮਾ ਦਾ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ, ਇਸੇ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਦਾ ਵੀ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ, ਉਹ ਤਾਂ ਬੇਅੰਤ ਹੈ। ਉਹ ਮਾਲਕ ਪਰਮਾਤਮਾ ਅਬਨਾਸੀ ਹੋ ਗਏ ਬ੍ਰਹਮ ਗਿਆਨੀ ਪਾਏ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਦੇਖੋ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਹਮੇਸ਼ਾ ਨਮਸਕਾਰ ਕਰੋ, ਉਹਦੇ ਅੱਗੇ ਨਤਮਸਤਕ ਰਹੋ। ਆਖਰੀ ਬੰਦ, ब्रह्म ज्ञानी सब सृष्ट का करता, देख लो ब्रह्म ज्ञानी सृष्टि का करता कौन है, वो मालक परमात्मा, ते ब्रह्म ज्ञानी ते मालक परमात्मा एक मिक है भाई। ब्रह्म ज्ञानी सद जीव है नहीं मरता, परमात्मा हमेशा हैगा, ब्रह्म ज्ञानी भी हमेशा हैगे, नहीं मरते भाई। करमखंड दे वासी हैगे सारे दे सारे, मालक परमात्मा दे नाल एक मिक हैगे। ब्रह्म ज्ञानी सब सृष्ट का करता, ब्रह्म ज्ञानी सद जीव है नहीं मरता, ब्रह्म ज्ञानी मुक्त जुक्त जी का दाता, मुक्ति दा सारी जुक्ति जिहड़ी हैगी मुक्त करन वाली, ते ब्रह्म ज्ञानी काहदा दाता है, कहंदे जी दा दाता है। तेरी आत्मा नूं जिहड़ा तेरे जी नूं जिहड़ा हैगा, जी नूं दान देण वाला है, आत्मा दी खुराक देण वाला है, जी दी खुराक देण वाला है। वो ब्रह्म ज्ञानी पूਰਨ पुरख विधाता, ब्रह्म ज्ञानी पूਰਨ है भाई, वो पुरख वो मालक परमात्मा, विधाता जिहड़ा विधि लिखण वाला हैगा, ਉਹਦਾ रूप हैगा। ब्रह्म ज्ञानी अनाथ का नाथ, ब्रह्म ज्ञानी अनाथां दा नाथ हैगा। ब्रह्म ज्ञानी जिहड़ा हैगा अनाथां नूं आसरा देण वाला है। कौन है वो ब्रह्म आसरा देण वाला, मालक परमात्मा। ब्रह्म ज्ञानी का सब उपर हाथ, ब्रह्म ज्ञानियां दा सारे दे उत्ते, ਸਾਰਿਆਂ ਦੇ ਉੱਤੇ ਹੱਥ ਹੈ, ਸਾਰਿਆਂ ਨੂੰ ਇੱਕ ਸਮਝਦੇ। ਉਹ ਮਾਲਕ ਪਰਮਾਤਮਾ ਦਾ ਰੂਪ ਹੈਗੇ, ਮਾਲਕ ਦਾ ਹੱਥ ਸਾਰਿਆਂ ਦੇ ਉੱਤੇ ਹੁੰਦਾ ਹੈ ਭਾਈ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਸਾਰਾ ਜੋ ਕੁਛ ਵੀ ਦਿਸ ਰਿਹਾ ਆ ਉਹ ਬ੍ਰਹਮ ਗਿਆਨੀ ਦਾ ਆਕਾਰ ਹੈ। ਉਹ ਸਾਰਿਆਂ ਦੇ ਵਿੱਚ ਬ੍ਰਹਮ ਗਿਆਨੀ ਨੂੰ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ, ਉਹ ਤਾਂ ਬ੍ਰਹਮ ਗਿਆਨੀ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਨਾਲ ਇੱਕ ਮਿਕ ਹੈਗਾ, ਨਿਰੰਕਾਰ ਦੇ ਨਾਲ, ਜਿਹਦਾ ਆਕਾਰ ਨਹੀਂ ਹੈਗਾ। ਬ੍ਰਹਮ ਗਿਆਨੀ ਦਾ ਵੀ ਆਕਾਰ ਨਹੀਂ ਹੈਗਾ ਪਾਏ, ਉਹ ਸਰੀਰ ਪ੍ਰਕਿਰਤੀ ਦੀ ਪਕੜ ਤੋਂ ਉੱਪਰ ਉੱਠ ਗਏ। ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ, ਬ੍ਰਹਮ ਗਿਆਨੀ ਦੀ ਸ਼ੋਭਾ ਜਿਹੜੀ ਹੈਗੀ ਬ੍ਰਹਮ ਗਿਆਨੀ ਹੀ ਜਾਣਦੇ ਆ ਭਾਈ, ਉਹਨਾਂ ਨੂੰ ਹੀ ਬਣੀ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਬ੍ਰਹਮ ਗਿਆਨੀ ਜਿਹੜੇ ਹੈਗੇ ਸਾਰਿਆਂ ਦਾ ਧਨੀ ਹੈ, ਸਾਰਿਆਂ ਤੋਂ ਸਾਰਿਆਂ ਦਾ ਧਨੀ ਮਤਲਬ ਸਾਰਿਆਂ ਤੋਂ ਧਨਵਾਨ ਹੈਗਾ ਬ੍ਰਹਮ ਗਿਆਨੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਉਸ ਤੋਂ ਜਿਹੜੇ ਹੈਗੇ ਸਾਰੇ ਵਰਸਾਉਣਗੇ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਉਹ ਮਾਲਕ ਪਰਮਾਤਮਾ ਦਾ ਰੂਪ ਹੈ, ਇੱਕ ਮਿਕ ਹੈਗਾ ਭਾਈ। ਇਹ ਜਿਹੜੇ ਦੋ ਅੱਜ ਆਪਾਂ ਨੇ 8 ਹੋਏ ਤੇ
ਇੱਕ ਜਿਹੜਾ ਹੈਗਾ ਸਾਧੂ ਦੇ ਬਾਰੇ, ਸਾਧ ਦੇ ਬਾਰੇ ਗਿਆਨ ਦਿੱਤਾ, ਇੱਕ ਜਿਹੜਾ ਹੈਗਾ ਬ੍ਰਹਮ ਗਿਆਨੀ ਦੇ ਬਾਰੇ ਮਹਾਰਾਜ ਨੇ ਦੱਸਿਆ। ਇਹ ਆਪਾਂ ਆਪਣੇ ਮਨ 'ਚ ਵਸ ਜਾਣ ਪਾਏ ਵੀ ਜੇ ਆਪਾਂ ਸਾਧ ਦੀ ਸੰਗਤ ਕਰ ਰਹੇ ਤੇ ਆਪਣੇ ਅੰਦਰ ਲਾਜ਼ਮੀ ਚੇਂਜਸ ਆਉਣੇ ਚਾਹੀਦੇ, ਬ੍ਰਹਮ ਗਿਆਨੀ ਦੀ ਸੰਗਤ ਕਰ ਰਹੇ ਤੇ ਲਾਜ਼ਮੀ ਚੇਂਜਸ ਆਉਣੇ ਚਾਹੀਦੇ ਆ। ਬਸ ਆਹੀ ਬੇਨਤੀ ਹੈ ਜੀ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਵੀਰ ਜੀ। ਖਾਲਸਾ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਇੱਕ ਸੈਕਿੰਡ ਹਾਂਜੀ, ਇੱਕ ਇੱਕ ਕਰਕੇ। ਪਹਿਲਾਂ ਸਾਧ ਕੀ ਸ਼ੋਭਾ ਦਾ ਆਇਆ ਸੀ, ਫਿਰ ਬ੍ਰਹਮ ਗਿਆਨੀ ਦਾ ਆ ਗਿਆ। ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਹਾਂ ਬਿਲਕੁਲ ਸਹੀ ਹੈ ਜੀ ਵੀਰ ਜੀ, ਬਿਲਕੁਲ। ਅਗਲਾ ਹੈਗਾ ਉਰਦਾਰੇ ਜੋ ਅੰਤਰਨਾਮ ਸਰਮਾ ਪੇਖਿਆ ਭਗਵਾਨ, ਉਹਨੇ ਬਣ ਜਾਣਾ ਹੈ। ਪਰ ਸਗਲ ਸਤਾਰੇ, ਉਹ ਵੀ ਸੇਮ ਲੱਗਦਾ। ਉਹਨੇ ਬਣ ਜਾਣਾ ਹੈ। ਮਤਲਬ ਚੀਜ਼ ਸੇਮ ਹੀ ਆ ਤੇ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਡਿਸਟਰਬ ਕੀਤਾ ਹੈ ਗੁਰੂ ਮਹਾਰਾਜ ਨੇ। ਹਾਂ ਬਿਲਕੁਲ। ਬ੍ਰਹਮ ਗਿਆਨੀ ਜਿਹਨੂੰ ਬ੍ਰਹਮ ਦਾ ਗਿਆਨ ਆ ਗਿਆ ਹੈ ਨਾ, ਮਤਲਬ ਬ੍ਰਹਮ ਦਾ ਗਿਆਨ ਆ ਗਿਆ, ਉਹ ਵੀ ਫਿਰ ਬ੍ਰਹਮ ਵਰਗਾ ਹੀ ਬਣ ਗਿਆ ਨਾ। ਫਿਰ ਉਹਦੇ ਅੰਦਰ ਵੀ ਕਹਿੰਦੇ ਜਿਹਨੂੰ ਬ੍ਰਹਮ ਗਿਆਨ ਆ ਗਿਆ ਬਸ। ਤੇ ਠੀਕ ਹੈ, ਦੋ ਵਾਰ ਗਿਆ ਨਾ ਜੀ। ਇੱਕ ਵਾਰ ਪਰਮੇਸ਼ਰ, ਫਿਰ ਨਿਰੰਕਾਰ। ਦੇਖੋ ਇਹ ਗੁਣ ਤਾਂ ਬ੍ਰਹਮ ਗਿਆਨੀ ਦੇ ਵੀ ਪਰਮਾਤਮਾ ਵਾਲੇ ਹੀ ਆ ਸਾਰੇ। ਬਿਲਕੁਲ ਪਰਮਾਤਮਾ ਵਾਲੇ ਆ ਜੀ। ਸਾਧ ਦੇ ਵੀ ਸਾਧੂ, ਮਤਲਬ ਸਾਧੂ ਦੀ ਪੋਜੀਸ਼ਨ ਭਗਤ ਦੀ ਕੁਛ ਨਹੀਂ, ਉਹ ਡਿਫਰੈਂਟ ਵੀ ਹੋ ਸਕਦੀ ਹੈ ਜੀ। ਨਹੀਂ ਨਹੀਂ ਨਹੀਂ, ਦੋਨੋਂ ਇੱਕੋ ਹੀ ਹੈਗੇ ਵੀਰ ਜੀ, ਇੱਕੋ ਹੀ ਹੈਗੇ, ਬਸ ਇੱਕੋ ਹੀ ਹੈਗੇ ਦੋਨੋਂ। ਮਤਲਬ ਅਸ਼ਟਪਦੀ ਅੱਡ ਉਹਨਾਂ ਨੇ ਬਿਆਨ ਕੀਤੀ। ਹਾਂ, ਬ੍ਰਹਮ ਗਿਆਨੀ ਮਤਲਬ ਗਿਆਨ ਦੇ ਬਾਰੇ ਦੱਸ ਰਿਹਾ। ਗਿਆਨ ਜਿਹਨੂੰ ਬ੍ਰਹਮ ਗਿਆਨ ਜਿਹੜਾ ਜਿਹਨੂੰ ਹੋ ਗਿਆ, ਜਿਹੜਾ ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਖਾਲੀ ਜਿਹੜਾ ਹੈਗਾ ਆਪਾਂ ਜਿਹੜੇ ਪੜ੍ਹ ਰਹੇ ਜਾਂ ਗਿਆਨ ਲੈ ਰਹੇ ਹਾਂ, ਇਹ ਨਹੀਂ ਜੋ ਵਿਚਾਰ ਰਹੇ, ਇਹ ਨਹੀਂ। ਜਿਨ੍ਹਾਂ ਨੂੰ ਅੰਦਰੋਂ ਗਿਆਨ ਹੋ ਗਿਆ, ਜਿਨ੍ਹਾਂ ਨੇ ਪ੍ਰੈਕਟੀਕਲ ਕਰਕੇ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਉਹਦੀ ਗੱਲ ਕਰ ਰਹੇ। ਜਿਨ੍ਹਾਂ ਨੇ ਪ੍ਰੈਕਟੀਕਲ ਕਰਕੇ ਸਾਧੂ ਮਤਲਬ ਪਰਮਾਤਮਾ ਆਪ ਹੀ ਹੁੰਦਾ ਜੀ। ਹਾਂ, ਉਹ ਨਹੀਂ ਹੈ ਤਾਂ ਮਤਲਬ ਸਰੀਰਕ ਰੂਪ ਵਿੱਚ ਪਰਮਾਤਮਾ ਕਹਿ ਸਕਦੇ ਹਾਂ ਜੀ ਸਾਧੂ ਨੂੰ। ਹਾਂ, ਇੱਕ ਮਿਕ ਹੈਗਾ, ਮਾਲਕ ਪਰਮਾਤਮਾ ਦੇ ਵਿੱਚ ਮਿਲੇ ਹੋਏ ਆ ਬਸ। ਜੇ ਇੱਕ ਜੋਤ ਹੈਗੀ ਰੂਪ ਆਪਣਾ ਤਨ ਧਾਰਿਆ ਜਦੋਂ, ਮਤਲਬ ਪਰਮਾਤਮਾ ਨੇ ਆਕਾਰ ਰੂਪ ਵਿੱਚ ਕੋਈ ਗਿਆਨ ਦੇਣਾ ਹੋਵੇ ਜਾਂ ਦਰਸ਼ਨ ਦੇਣੇ ਹੋਣ ਤੇ ਸਾਧੂਆਂ ਦੇ ਥਰੂ ਦੇਣਗੇ। ਉਹ ਮਤਲਬ ਸਾਧੂ ਹੋਏਗਾ ਜੀ। ਬਿਲਕੁਲ ਸਾਧ ਰੂਪ ਆਪਣਾ ਤਨ ਧਾਰਿਆ। ਹਾਂਜੀ ਬਿਲਕੁਲ ਠੀਕ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਬਿਲਕੁਲ ਮਤਲਬ ਸਾਧ ਐਕਚੁਅਲੀ ਪਰਮਾਤਮਾ ਦਾ ਹੀ ਆਕਾਰ ਰੂਪ ਅਸੀਂ ਕਹਿ ਸਕਦੇ ਹਾਂ। ਜਿਹਨੇ ਜਿਹੜੀ ਖੇਡ ਪਾਈ ਹੈ, ਉਹਨੇ ਖੇਡ ਜਿੱਤ ਲਈ ਹੈ। ਉਹ ਜਿਹੜਾ ਹੈਗਾ, ਮਤਲਬ ਉਹ ਪਹੁੰਚ ਗਿਆ ਮੰਜ਼ਿਲ ਦੇ ਉੱਤੇ। ਉਹਨੂੰ ਸਾਧੂ ਤੇ ਬ੍ਰਹਮ ਗਿਆਨੀ ਹੋ ਗਏ ਭਾਈ। ਹਾਂਜੀ, ਬ੍ਰਹਮ ਗਿਆਨੀ ਮੇਰਾ ਖਿਆਲ ਆ ਵੀ ਬ੍ਰਹਮ ਗਿਆਨੀ ਵੀ ਚੀਜ਼ ਹੋਈ ਹੈ ਜਿਹਨੇ ਉਸ ਨੂੰ ਪਾ ਲਿਆ। ਹਾਂ ਬਿਲਕੁਲ। ਸਾਧੂ ਘੱਟ ਹੋਣਗੇ ਜੀ, ਬ੍ਰਹਮ ਗਿਆਨੀ ਜ਼ਿਆਦਾ ਹੋਣਗੇ ਜੀ। ਪਤਾ ਨਹੀਂ ਜੀ, ਮਾਲਕ ਜਾਣਦਾ ਹੈ ਇਹ ਖੇਡ। ਭਾਜੀ ਇਹ ਕੈਟਾਗਰਾਈਜ਼ ਨਹੀਂ ਸੀਗੇ ਕਿ ਜਿੱਦਾਂ ਮਤਲਬ ਸੰਸਾਰੀ, ਫਿਰ ਜਗਿਆਸੂ, ਫਿਰ ਸਾਧੂ, ਫਿਰ ਸੰਤ, ਮਤਲਬ ਬ੍ਰਹਮ ਗਿਆਨੀ। ਨਾ ਕੈਟੇਗਰੀ ਕੋਈ ਨਾ ਕਰੋ ਜੀ। ਕੈਟੇਗਰੀਜ਼ ਆਪਾਂ ਕੌਣ ਆ ਕੈਟੇਗਰਾਈਜ਼ ਕਰਨ ਵਾਲੇ? ਸਾਨੂੰ ਡਿਫਰੈਂਸ਼ੀਏਟ ਨਹੀਂ ਕਰਨਾ ਚਾਹੀਦਾ। ਨਹੀਂ, ਇਹ ਤਾਂ ਨਹੀਂ ਆ। ਨਹੀਂ ਅਸੀਂ ਕਰ ਸਕਦੇ ਨਾ ਕਰ ਸਕਦੇ। ਆਪਾਂ ਕੌਣ ਹੁੰਨੇ ਆ? ਆਪਾਂ ਸਮਝਣਾ ਤਾਂ ਚਾਹੀਦਾ ਨਾ। ਜਿੱਦਾਂ ਪ੍ਰੋਗਰੈਸ ਕਰਦਾ ਆ, ਮਤਲਬ ਸੰਸਾਰੀ ਬੰਦਾ ਜਗਿਆਸੂ ਬਣਦਾ, ਔਰ ਫਿਰ ਉਹ ਕਰ ਤੋਂ ਗਾਂ ਤੋਂ ਮੈਂ ਕੈਟਾਗਰਾਈਜ਼ ਨਹੀਂ ਕਰਦਾ। ਮੈਂ ਕਹਿੰਦਾ ਕਿ ਅੱਛਾ, ਉਹ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੀ ਤੁਸੀਂ ਸਟੈਪਸ ਦੇ ਬਾਰੇ ਗੱਲ ਕਰ ਰਹੇ ਹੋ, ਸਟੈਪਸ ਦੇ ਬਾਰੇ। ਮਤਲਬ ਫਿਰ ਕਰਮ ਖੰਡ ਤੇ ਮਤਲਬ ਜਿੱਦਾਂ ਪ੍ਰੋਗਰੈਸ ਕਰਦਾ ਬੰਦਾ। ਹਾਂ, ਮੈਂ ਉਹਦੀ ਗੱਲ ਕਰਦਾ। ਉਹ ਤਾਂ ਤੁਹਾਡੀ ਗੱਲ ਸਹੀ ਹੈ ਕਿ ਵੀ ਹੂ ਆਰ ਵੀ ਟੂ ਵੀ ਡਿਸਟਿੰਗੁਇਸ਼ ਉਸ ਮਾਲਕ ਦੀਆਂ ਖੇਡਾਂ ਹੈ ਜੀ। ਬਿਲਕੁਲ ਸਹੀ। ਤੱਤਾਂ ਦੇ ਬਣੇ ਪੁਤਲੇ ਅਸੀਂ ਜੀ। ਹਾਂ, ਜੇ ਮਤਲਬ ਉਦਾਂ ਇਹ ਗੱਲ ਸਮਝਦੇ ਆ ਜੀ। ਹਾਂ, ਬਾਣੀ ਜਿਹੜੀ ਕਹਿੰਦੀ ਹੈ ਕਿ ਕਹਿੰਦੀ ਭਾਈ ਦੇਖ, ਤੈਨੂੰ ਜੇ ਬ੍ਰਹਮ ਗਿਆਨੀ ਜਾਂ ਜਿਹੜੇ ਹੈਗੇ ਸਾਧੂ ਜਿਹੜੇ ਹੈਗੇ, ਜੇ ਤੂੰ ਉਹਨਾਂ ਦੀ ਸੰਗਤ ਕਰ ਰਿਹਾ ਤੇ ਤੇਰੇ ਅੰਦਰ ਜਿਹੜਾ ਹੈ ਚੇਂਜਸ ਆਉਣੇ ਜ਼ਰੂਰੀ ਹੈਗੇ। ਬਸ ਆਪਾਂ ਇਹ ਚੀਜ਼ ਦੇ ਉੱਤੇ ਆਈਏ ਕਿ ਜੇ ਆਪਾਂ ਜਿਹੜੇ ਹੈਗੇ ਆ ਲੱਗੇ ਹੋਏ ਆ, ਬ੍ਰਹਮ ਗਿਆਨ ਲੈ ਰਹੇ, ਬ੍ਰਹਮ ਗਿਆਨੀ ਦੀ ਸੰਗਤ ਕਰ ਰਹੇ, ਜਾਂ ਸਾਧੂਆਂ ਦੀ, ਗੁਰੂ ਦੀ ਜਿਹੜਾ ਹੈਗਾ ਗੁਰਮੁਖਾਂ ਦੀ ਸੰਗਤ ਕਰ ਰਹੇ, ਤੇ ਆਪਣੇ ਅੰਦਰ ਚੇਂਜਸ ਆਉਣੇ ਚਾਹੀਦੇ। ਬਸ ਇੰਨੀ ਕੁ ਚੀਜ਼ ਆਪਾਂ ਸਮਝ ਲਈ। ਮੈਂ
ਇਹਦੇ ਸਰੀਰਕ ਸੰਗਤ ਦਾ ਕੋਈ ਫਾਇਦਾ ਨਹੀਂ ਹੈਗਾ। ਹਾਂਜੀ ਉਹਦੇ ਨਾਲ ਤਿੰਜ ਜਾ ਕੇ ਆਤਮਿਕ ਤੌਰ ਤੇ ਸੰਗਤ ਹੋਣੀ ਚਾਹੀਦੀ। ਹਾਂ ਆਪਣੀ ਅੰਦਰੂਨੀ ਤੌਰ ਤੇ ਹਾਂ ਆਪਣੀ ਉਚਾਈ ਹੋਣੀ ਚਾਹੀਦੀ ਆ, ਉਹੀ ਹੈ। ਲਓ ਜੀ ਮਨ ਦੇ ਵਿੱਚ ਉਹ ਗੁਣ ਹੋਣੇ ਚਾਹੀਦੇ ਸਾਰੇ। ਠੀਕ ਹੈ ਜੀ, ਧੰਨਵਾਦ ਜੀ। ਓਕੇ ਜੀ। ਵਾਹਿਗੁਰੂ ਵਾਹਿਗੁਰੂ